ਹੈਲੋ ਬੱਚੋ। ਚਲੋ ਅੱਜ ਅਸੀਂ ਕਰਦੇ ਹਾਂ ਕਲਾਸ 10th ਸਾਇੰਸ ਦਾ ਚੈਪਟਰ ਨੰਬਰ 6 ਜਿਹਦਾ ਟਾਈਟਲ ਹੈ ਲਾਈਫ ਪ੍ਰੋਸੈਸਿਸ, ਜਿਹਨੂੰ ਅਸੀਂ ਪੰਜਾਬੀ 'ਚ ਜੈਵਿਕ ਪ੍ਰਕਿਰਿਆਵਾਂ ਵੀ ਕਹਿੰਦੇ ਹਾਂ। ਤੇ ਅੱਜ ਇਸ ਚੈਪਟਰ ਦਾ ਜਿਹੜਾ ਟੌਪਿਕ ਅਸੀਂ ਡਿਟੇਲ 'ਚ ਡਿਸਕਸ ਕਰਨ ਜਾ ਰਹੇ ਹਾਂ ਉਹ ਹੈ ਨਿਊਟ੍ਰੀਸ਼ਨ ਇਨ ਮੈਨ, ਯਾਨੀ ਕਿ ਇਨਸਾਨ ਦੇ ਵਿੱਚ ਪੋਸ਼ਣ। ਨਿਊਟ੍ਰੀਸ਼ਨ ਇਨ ਮੈਨ ਦੇ ਜਨਰਲ ਕਰੈਕਟਰਿਸਟਿਕਸ ਕੀ ਨੇ? ਪਹਿਲੀ ਗੱਲ ਕਿ ਇਹ ਜਿਹੜਾ ਨਿਊਟ੍ਰੀਸ਼ਨ ਹੈ ਇਹ ਹੋਲੋਜ਼ੋਇਕ ਨਿਊਟ੍ਰੀਸ਼ਨ ਹੁੰਦਾ। ਇਟ ਮੀਨਸ ਕਿ ਸੋਲਿਡ ਜਾਂ ਲਿਕੁਇਡ ਫਾਰਮ ਦੇ ਵਿੱਚ ਫੂਡ ਨੂੰ ਇੰਜੈਸਟ ਕੀਤਾ ਜਾਂਦਾ ਤੇ ਬਾਡੀ ਦੇ ਅੰਦਰ ਉਹਦੀ ਡਾਈਜੈਸ਼ਨ ਹੁੰਦੀ ਹੈ। ਸੋ ਇਦਾਂ ਦੇ ਮੋਡ ਆਫ ਨਿਊਟ੍ਰੀਸ਼ਨ ਨੂੰ ਅਸੀਂ ਕੀ ਕਹਿੰਦੇ ਆ? ਹੋਲੋਜ਼ੋਇਕ ਮੋਡ ਆਫ ਨਿਊਟ੍ਰੀਸ਼ਨ ਕਹਿੰਦੇ ਆ। ਦੂਜੀ ਗੱਲ ਕੀ ਹੈ ਕਿ ਇਨਸਾਨ ਦੀ ਜਿਹੜੀ ਐਲੀਮੈਂਟਰੀ ਕਨਾਲ ਹੁੰਦੀ ਹੈ ਉਹ ਹੁੰਦੀ ਕੰਪਲੀਟ। ਇਹਦਾ ਕੀ ਮਤਲਬ ਹੈ? ਇਹ ਸਮਝਣ ਲਈ ਸਾਨੂੰ ਡਾਈਜੈਸਟਿਵ ਸਿਸਟਮ ਜਾਂ ਐਲੀਮੈਂਟਰੀ ਕਨਾਲ ਆਫ ਮੈਨ ਵੇਖਣੀ ਪੈਣੀ ਹੈ। ਇਸ ਡਾਇਗਰਾਮ ਦੇ ਵਿੱਚ ਅਸੀਂ ਹਿਊਮਨ ਐਲੀਮੈਂਟਰੀ ਕਨਾਲ ਦੇਖ ਸਕਦੇ ਹਾਂ। ਸੋ ਇਹ ਜਿਹੜੀ ਐਲੀਮੈਂਟਰੀ ਕਨਾਲ ਆ ਇੱਕ ਲੰਬੀ ਜੀ ਟਿਊਬ ਆ, ਠੀਕ ਹੈ। ਇਸ ਟਿਊਬ ਦੀਆਂ ਦੋ ਓਪਨਿੰਗਸ ਨੇ। ਇੱਕ ਜਿਹੜੀ ਓਪਨਿੰਗ ਹੁੰਦੀ ਆ ਉਹਨੂੰ ਅਸੀਂ ਕਹਿੰਦੇ ਆ ਮਾਊਥ, ਜਿੱਥੋਂ ਕਿ ਫੂਡ ਜਿਹੜਾ ਹੈਗਾ ਇਸ ਟਿਊਬ ਦੇ ਵਿੱਚ ਜਾਂ ਐਲੀਮੈਂਟਰੀ ਕਨਾਲ 'ਚ ਐਂਟਰ ਕਰਦਾ। ਸੋ ਇੱਕ ਓਪਨਿੰਗ ਹੋ ਗਈ ਇੰਜੈਸ਼ਨ ਵਾਸਤੇ, ਤੇ ਦੂਜੇ ਪਾਸੇ ਇੱਕ ਹੋਰ ਓਪਨਿੰਗ ਹੁੰਦੀ ਹੈ ਜਿੱਥੋਂ ਕਿ ਅਨਡਾਈਜੈਸਟਿਡ ਫੂਡ ਵੇਸਟ ਜਿਹੜੀ ਆ ਉਹ ਬਾਡੀ ਤੋਂ ਬਾਹਰ ਕੱਢੀ ਜਾਂਦੀ ਹੈ। ਇਹ ਜਿਹੜੀ ਓਪਨਿੰਗ ਹੈ ਇਹਨੂੰ ਅਸੀਂ ਕਹਿੰਦੇ ਆ ਏਨਸ। ਤੇ ਇਦਾਂ ਦੀ ਐਲੀਮੈਂਟਰੀ ਕਨਾਲ ਜਿਹਦੀਆਂ ਦੋ ਓਪਨਿੰਗਸ ਹੋਣ, ਇੱਕ ਇੰਜੈਸ਼ਨ ਲਈ ਇੱਕ ਇਜੈਸ਼ਨ ਯਾਨੀ ਕਿ ਰਿਮੂਵਲ ਆਫ ਵੇਸਟ ਲਈ, ਤਾਂ ਇਹੋ ਜਿਹੀ ਐਲੀਮੈਂਟਰੀ ਕਨਾਲ ਨੂੰ ਕੰਪਲੀਟ ਐਲੀਮੈਂਟਰੀ ਕਨਾਲ ਕਿਹਾ ਜਾਂਦਾ। ਸੋ ਇਨਸਾਨ ਦੇ ਵਿੱਚ ਐਲੀਮੈਂਟਰੀ ਕਨਾਲ ਕੰਪਲੀਟ ਹੁੰਦੀ ਹੈ। ਇਹ ਐਕਸਟੈਂਡ ਕਰਦੀ ਆ ਫਰੋਮ ਮਾਊਥ ਟੂ ਏਨਸ। ਤੇ ਇੱਕ ਹੋਰ ਜਿਹੜਾ ਖਾਸ ਫੀਚਰ ਆ ਉਹ ਹੈਗਾ ਪੈਰੀਸਟੈਲਸਿਸ। ਪੈਰੀਸਟੈਲਸਿਸ ਦਾ ਕੀ ਮਤਲਬ ਹੈ? rhythmic contractions of intestinal muscles to push the food in the forward direction. It means ਕਿ ਇੰਟੈਸਟਾਈਨ ਦੀਆਂ ਮਸਲਸ ਜਿਹੜੀਆਂ ਨੇ ਇਹ ਰਿਦਮਿਕਲੀ ਕੰਟਰੈਕਟ ਕਰਦੀਆਂ ਤਾਂ ਕਿ ਜਿਹੜਾ ਫੂਡ ਹੈ ਉਹਨੂੰ ਗਾਂ ਵੱਲ ਨੂੰ ਧੱਕਿਆ ਜਾ ਸਕੇ, ਤਾਂ ਕਿ ਫੂਡ ਜਿਹੜਾ ਹੈਗਾ ਉਹ ਵਾਪਸ ਨਾ ਆਵੇ, ਗਾਂ ਨੂੰ ਹੀ ਜਾਵੇ। ਫਰੋਮ ਮਾਊਥ ਟੂ ਏਨਸ ਹੀ ਜਿਹੜਾ ਹੁੰਦਾ ਨਾਰਮਲੀ ਫੂਡ ਨੇ ਮੂਵ ਕਰਨਾ ਹੁੰਦਾ। ਸੋ ਇਹ ਜਿਹੜਾ ਫੀਚਰ ਹੁੰਦਾ ਇਹਨੂੰ ਅਸੀਂ ਕੀ ਕਹਿੰਦੇ ਆ? ਇਹਨੂੰ ਅਸੀਂ ਪੈਰੀਸਟੈਲਸਿਸ ਕਹਿੰਦੇ ਆ। ਹੁਣ ਅਸੀਂ ਦੇਖਦੇ ਹਾਂ ਕਿ ਨਿਊਟ੍ਰੀਸ਼ਨ ਦੇ ਕਿਹੜੇ ਸਟੈਪਸ ਹੁੰਦੇ ਆ। ਨਿਊਟ੍ਰੀਸ਼ਨ ਦੇ ਬੇਸਿਕਲੀ ਆ 5 ਸਟੈਪਸ ਹੁੰਦੇ ਆ। ਪਹਿਲਾ ਹੁੰਦਾ ਇੰਜੈਸ਼ਨ। ਇੰਜੈਸ਼ਨ ਦਾ ਮਤਲਬ ਹੁੰਦਾ ਇਨਟੇਕ ਆਫ ਫੂਡ, ਯਾਨੀ ਕਿ ਫੂਡ ਖਾਣਾ। ਦੂਜਾ ਸਟੈਪ ਕੀ ਹੁੰਦਾ? ਡਾਈਜੈਸ਼ਨ, ਜਿਹਨੂੰ ਅਸੀਂ ਆਮ ਤੌਰ ਦੇ ਉੱਤੇ ਫੂਡ ਦਾ ਪਚਣਾ ਕਹਿ ਦਿੰਦੇ ਆ। ਤੀਜਾ ਸਟੈਪ ਹੈ ਐਬਜ਼ੌਰਪਸ਼ਨ। ਐਬਜ਼ੌਰਪਸ਼ਨ ਮਤਲਬ ਕਿ ਜਿਹੜਾ ਫੂਡ ਹੁਣ ਡਾਈਜੈਸਟ ਹੋ ਗਿਆ ਉਹ ਸਾਡੀ ਬਲੱਡ ਸਟਰੀਮ ਦੇ ਅੰਦਰ ਚਲਾ ਜਾਵੇ, ਇਹਨੂੰ ਅਸੀਂ ਐਬਜ਼ੌਰਪਸ਼ਨ ਕਹਿੰਦੇ ਆ। ਚੌਥਾ ਸਟੈਪ ਹੈ ਅਸੀਮੀਲੇਸ਼ਨ। ਬਲੱਡ ਦੇ ਅੰਦਰ ਪ੍ਰੈਜ਼ੈਂਟ ਫੂਡ ਹੁਣ ਜਾਂ ਤਾਂ ਸਾਨੂੰ ਐਨਰਜੀ ਦੇਵੇ ਜਾਂ ਫਿਰ ਬਾਡੀ ਦੀ ਰਿਪੇਅਰ, ਮੇਨਟੇਨੈਂਸ, ਗਰੋਥ ਇਹਦੇ ਲਈ ਯੂਜ਼ ਹੋਵੇ। ਇਸ ਪ੍ਰੋਸੈਸ ਨੂੰ ਅਸੀਂ ਅਸੀਮੀਲੇਸ਼ਨ ਕਹਿੰਦੇ ਆ। ਤੇ ਲਾਸਟ ਸਟੈਪ ਹੁੰਦਾ ਇਜੈਸ਼ਨ। ਇਜੈਸ਼ਨ 'ਚ ਕੀ ਹੁੰਦਾ? ਅਨਡਾਈਜੈਸਟਿਡ ਫੂਡ ਵੇਸਟ ਜਿਹੜੀ ਆ ਉਹਨੂੰ ਬਾਡੀ ਤੋਂ ਬਾਹਰ ਕੱਢ ਦਿੱਤਾ ਜਾਂਦਾ। ਸੋ ਇਹ ਹੋ ਗਏ 5 ਸਟੈਪਸ ਆਫ ਨਿਊਟ੍ਰੀਸ਼ਨ। ਅਸੀਂ ਇੱਕ ਇੱਕ ਕਰਕੇ ਅੱਗੋਂ ਡਿਟੇਲ 'ਚ ਇਹਨਾਂ ਸਟੈਪਸ ਨੂੰ ਡਿਸਕਸ ਕਰਦੇ ਹਾਂ। ਸਟਾਰਟ ਕਰਦੇ ਹਾਂ ਇੰਜੈਸ਼ਨ ਦੇ ਨਾਲ। ਇੰਜੈਸ਼ਨ ਮੀਨਸ ਇਨਟੇਕ ਆਫ ਫੂਡ, ਯਾਨੀ ਕਿ ਫੂਡ ਦਾ ਗੱਟ 'ਚ ਐਂਟਰ ਕਰਨਾ। ਸੋ ਫੂਡ ਇਜ਼ ਇੰਜੈਸਟਿਡ ਥਰੂ ਮਾਊਥ। ਸੋ ਆ ਜਿਹੜੀ ਹੈਗੀ ਆ ਓਪਨਿੰਗ ਜਿੱਥੋਂ ਕਿ ਸਾਡੀ ਜਿਹੜੀ ਐਲੀਮੈਂਟਰੀ ਕਨਾਲ ਹੈ ਇਹ ਸ਼ੁਰੂ ਹੋ ਰਹੀ ਆ, ਉਹਨੂੰ ਅਸੀਂ ਕਹਿੰਦੇ ਆ ਮਾਊਥ। ਇਹਦੇ ਮਾਊਥ ਦੇ ਬਾਹਰ ਵਾਲੇ ਪਾਸੇ ਲਿਪਸ ਹੁੰਦੇ ਦੋ, ਅਪਰ ਲਿਪ ਐਂਡ ਲੋਅਰ ਲਿਪ। ਇਹ ਜਿਹੜੇ ਲਿਪ ਹੁੰਦੇ ਨੇ ਇਸ ਮਾਊਥ ਦੀ ਓਪਨਿੰਗ ਨੂੰ ਰੈਗੂਲੇਟ ਕਰਦੇ ਆ ਕਿ ਆਪਾਂ ਮੂੰਹ ਖੋਲਦੇ ਆ ਜਾਂ ਬੰਦ ਕਰਦੇ ਆ, ਠੀਕ ਹੈ ਨਾ, ਇਹਦੀ ਹੈਲਪ ਨਾਲ। ਔਰ ਫੂਡ ਜਿਹੜਾ ਹੁੰਦਾ ਉਹ ਕਿਹੜੀ ਫਾਰਮ 'ਚ ਲਿਆ ਜਾਂਦਾ? ਸੋਲਿਡ ਜਾਂ ਲਿਕੁਇਡ ਫਾਰਮ 'ਚ ਲਿਆ ਜਾਂਦਾ। ਤੇ ਮੋਡ ਆਫ ਨਿਊਟ੍ਰੀਸ਼ਨ ਤੇ ਆਪਾਂ ਪਹਿਲਾਂ ਹੀ ਦੇਖ ਲਿਆ ਵੀ ਹੋਲੋਜ਼ੋਇਕ ਹੁੰਦਾ। ਸੋ ਇੱਕ ਵਾਰੀ ਜਿਹੜਾ ਫੂਡ ਬਾਹਰੋਂ ਇਹਦੇ ਅੰਦਰ ਚਲਾ ਜਾਵੇ, ਐਲੀਮੈਂਟਰੀ ਕਨਾਲ 'ਚ ਐਂਟਰ ਕਰ ਜਾਵੇ, ਇਹ ਪ੍ਰੋਸੈਸ ਹੋ ਗਈ ਇੰਜੈਸ਼ਨ। ਹੁਣ ਅਸੀਂ ਦੇਖਦੇ ਹਾਂ ਐਲੀਮੈਂਟਰੀ ਕਨਾਲ ਦੇ ਕਿਹੜੇ ਕਿਹੜੇ ਪਾਰਟਸ ਹੁੰਦੇ ਨੇ ਤੇ ਉਹ ਕੀ ਕੀ ਕੰਮ ਕਰਦੇ ਨੇ। ਸਭ ਤੋਂ ਪਹਿਲਾ ਪਾਰਟ ਤੇ ਮਾਊਥ ਹੀ ਆ ਗਿਆ। ਆਪਾਂ ਹੁਣੇ ਜਿੱਦਾਂ ਗੱਲ ਕੀਤੀ ਹੈ ਵੀ ਮਾਊਥ ਜਿਹੜਾ ਹੁੰਦਾ ਇਹ ਇੰਜੈਸ਼ਨ ਆਫ ਫੂਡ ਵਿੱਚ ਹੈਲਪ ਕਰਦਾ। ਸੋ ਜਿੱਦਾਂ ਹੀ ਅਸੀਂ ਮੂੰਹ ਦੇ ਵਿੱਚ ਖਾਣਾ ਪਾਇਆ, ਆਹ ਜਿਹੜਾ ਹਿੱਸਾ ਹੁੰਦਾ ਨਾ, ਤੁਸੀਂ ਆਪਣਾ ਮੂੰਹ ਖੋਲ ਕੇ ਵੇਖੋ ਤੇ ਤੁਸੀਂ ਇਹਨੂੰ ਅੱਛੀ ਤਰ੍ਹਾਂ ਨਾਲ ਸਮਝ ਸਕਦੇ ਹੋ। ਸੋ ਇਸ ਹਿੱਸੇ ਨੂੰ ਅਸੀਂ ਕੀ ਕਹਿੰਦੇ ਆ? ਬੱਕਲ ਕੈਵਿਟੀ ਜਾਂ ਓਰਲ ਕੈਵਿਟੀ ਕਿਹਾ ਜਾਂਦਾ। ਇਹਦੇ ਅੰਦਰ ਹੋਰ ਵੀ ਬੜੀਆਂ ਸਾਰੀਆਂ ਚੀਜ਼ਾਂ ਹੁੰਦੀਆਂ, ਜਿੱਦਾਂ ਸਾਡੇ ਦੰਦ ਹੁੰਦੇ ਆ, ਫਿਰ ਸਾਡੀ ਜ਼ੁਬਾਨ ਹੁੰਦੀ ਹੈ ਜਿਹਨੂੰ ਅਸੀਂ ਜੀਭ ਕਹਿ ਦਿੰਦੇ ਆ, ਤੇ ਨਾਲ ਹੀ ਸਲਾਈਵਰੀ ਗਲੈਂਡਸ ਵੀ ਹੁੰਦੀਆਂ ਜਿਹਦੇ ਚੋਂ ਸਲਾਈਵਾ ਜਿਹੜਾ ਹੈਗਾ ਉਹ ਰਿਲੀਜ਼ ਹੁੰਦਾ। 3 ਪੇਅਰ ਹੁੰਦੇ ਨੇ ਇਹਨਾਂ ਸਲਾਈਵਰੀ ਗਲੈਂਡਸ ਤੇ, ਕਿਉਂਕਿ ਸਾਡੇ ਮੂੰਹ ਦੇ ਸੱਜੇ ਪਾਸੇ ਖੱਬੇ ਪਾਸੇ ਦੋਨੋਂ ਪਾਸੇ ਜਿਹੜੀਆਂ ਗਲੈਂਡਸ ਨੇ ਨਾ ਉਹ ਹੁੰਦੀਆਂ ਨੇ, ਇਸ ਕਰਕੇ ਜੋੜਿਆਂ 'ਚ ਜਾਂ ਪੇਅਰਸ 'ਚ ਹੁੰਦੀਆਂ ਨੇ।
ਸੋ ਤਿੰਨ ਜੋੜੇ ਕਿਹੜੇ ਹੋ ਗਏ, ਇੱਕ ਤਾਂ ਆ ਜਾਊਗਾ ਇੱਧਰ ਉੱਪਰ ਵਾਲੇ ਪਾਸੇ ਜਿਹਨੂੰ ਅਸੀਂ ਪੈਰੋਟਿਡ ਗਲੈਂਡ ਕਹਿ ਦਿੰਦੇ ਆ, ਤੇ ਦੋ ਗਲੈਂਡਸ ਇੱਥੇ ਥੱਲੇ ਆ ਜਾਂਦੀਆਂ ਨੇ ਲੋਅਰ ਜੋ ਦੇ ਥੱਲੇ, ਜਿਹਨੂੰ ਅਸੀਂ ਸਬ ਲਿੰਗੁਅਲ ਤੇ ਸਬ ਮੈਗਜ਼ਿਲਰੀ ਗਲੈਂਡਸ ਕਹਿ ਦਿੰਦੇ ਆ। ਸੋ ਬੱਕਲ ਕੈਵਿਟੀ ਜਿਹੜੀ ਹੈਗੀ ਆ ਉਹਦੇ ਵਿੱਚ ਇਹ ਸਾਰੀਆਂ ਸਲਾਈਵਰੀ ਗਲੈਂਡਸ ਜਿਹੜੀਆਂ ਨੇ ਉਹ ਖੁੱਲਦੀਆਂ ਨੇ ਤੇ ਆਪਣੀਆਂ ਸਿਕ੍ਰੀਸ਼ਨਸ ਨੂੰ ਪੋਰ ਆਊਟ ਕਰਦੀਆਂ ਨੇ। ਹੁਣ ਅਸੀਂ ਗੱਲ ਕਰਦੇ ਹਾਂ ਦੰਦਾਂ ਦੀ। ਅਜੀਬ ਨਹੀਂ ਲੱਗਦੇ ਪਏ ਵੈਸੇ ਇੱਥੇ ਦੰਦ, ਹੈ ਨਾ? ਚਲੋ ਹੁਣ ਸਾਇੰਸ ਸਟੂਡੈਂਟਸ ਆ ਤਾਂ ਆ ਸਾਰੀਆਂ ਚੀਜ਼ਾਂ ਤਾਂ ਸਮਝਣੀਆਂ ਪੈਣੀਆਂ ਹੀ ਨੇ। ਸੋ ਪਹਿਲੀ ਗੱਲ ਤੇ ਇਹ ਆ ਵੀ ਜਿਹੜੇ ਇਨਸਾਨ ਦੇ ਵਿੱਚ ਟੀਥ ਜਿਹੜੇ ਨੇ ਜਾਂ ਦੰਦ ਜਿਹੜੇ ਨੇ ਨਾ ਉਹ ਦੋ ਸੈਟਸ 'ਚ ਹੁੰਦੇ ਨੇ, ਯਾਨੀ ਕਿ ਦੋ ਵਾਰੀ ਦੰਦ ਜਿਹੜੇ ਨੇ ਨਾ ਸਾਡੇ ਉਗਦੇ ਆ। ਇੱਕ ਤਾਂ ਜਿੱਦਾਂ ਥੋੜਾ ਜਿੰਨਾ ਬੱਚਾ ਵੱਡਾ ਹੋਣਾ ਸ਼ੁਰੂ ਹੁੰਦਾ ਤੇ ਉਹਦੇ ਅੰਦਰ ਆਉਂਦੇ ਉਹਨੂੰ ਅਸੀਂ ਮਿਲਕ ਟੀਥ ਜਾਂ ਫਿਰ ਦੁੱਧ ਦੇ ਦੰਦ ਵੀ ਕਹਿ ਦਿੰਦੇ ਆ, ਜਿਹੜੇ ਕਿ ਟੋਟਲ 20 ਹੁੰਦੇ ਨੇ। ਤੇ ਉਸ ਤੋਂ ਬਾਅਦ ਬੱਚਾ ਜਿਹੜਾ ਹੈਗਾ ਜਦੋਂ ਥੋੜਾ ਜਿੰਨਾ ਹੋਰ ਵੱਡਾ ਹੋ ਜਾਊ, ਜਿੱਦਾਂ 8-10 ਸਾਲਾਂ ਦਾ, ਤਾਂ ਕੀ ਹੁੰਦਾ ਹੌਲੀ ਹੌਲੀ ਉਹਦੇ ਜਿਹੜੇ ਮਿਲਕ ਟੀਥ ਨੇ ਉਹ ਟੁੱਟੀ ਜਾਂਦੇ ਨੇ ਤੇ ਉਹਦੀ ਜਗ੍ਹਾ ਤੇ ਪਰਮਾਨੈਂਟ ਟੀਥ ਆਈ ਜਾਂਦੇ ਨੇ। ਸੋ ਹੁਣ ਜਿਹੜੇ ਪਰਮਾਨੈਂਟ ਟੀਥ ਆ ਜਾਣਗੇ ਇਹ ਫਿਰ ਹੁਣ ਦੁਬਾਰਾ ਰਿਪਲੇਸ ਨਹੀਂ ਹੋਣੇ। ਇਹਨਾਂ ਦਾ ਟੋਟਲ ਨੰਬਰ ਕਿੰਨਾ ਹੁੰਦਾ, 32 ਹੋ ਸਕਦਾ। ਸੋ ਇਹ ਜਿਹੜੇ ਦੰਦ ਨੇ ਇਹਨਾਂ ਦੀਆਂ ਕਿਸਮਾਂ ਕਿਹੜੀਆਂ, ਇਹ 4 ਤਰ੍ਹਾਂ ਦੇ ਹੁੰਦੇ ਨੇ, ਇਨਸੀਜ਼ਰਸ, ਕਨਾਈਨਸ, ਪ੍ਰੀਮੋਲਰਸ ਤੇ ਮੋਲਰਸ। ਆ ਇੱਥੇ ਦਿਖਾਈ ਦੇ ਰਹੀ ਹੈ ਡਾਇਗਰਾਮ ਦੇ ਵਿੱਚ। ਇਨਸੀਜ਼ਰਸ ਕਿਹੜੇ ਹੁੰਦੇ ਨੇ, ਜਿਹੜੇ ਆ ਬਿਲਕੁਲ ਫਰੰਟ ਵਾਲੇ ਦੰਦ ਹੁੰਦੇ ਨਾ, ਇਹਨਾਂ ਨੂੰ ਅਸੀਂ ਇਨਸੀਜ਼ਰਸ ਕਹਿੰਦੇ ਆ। ਫਿਰ ਆ ਜਾਂਦੇ ਕਨਾਈਨਸ, ਜਿਹਨੂੰ ਅਸੀਂ ਸੂਏ ਕਹਿ ਦਿੰਦੇ ਆ, ਤੇ ਫਿਰ ਪ੍ਰੀਮੋਲਰਸ ਤੇ ਫਿਰ ਮੋਲਰਸ, ਜਿਹਨੂੰ ਅਸੀਂ ਦਾੜ ਵੀ ਕਹਿ ਦਿੰਦੇ ਆ। ਹੁਣ ਦੰਦਾਂ ਨੇ ਕੰਮ ਕੀ ਕਰਨਾ, ਦੇਖੋ ਜੀ, ਜਿਹੜਾ ਫੂਡ ਆ ਉਹਦੀ ਕਟਿੰਗ, ਕ੍ਰਸ਼ਿੰਗ, ਗ੍ਰਾਈਂਡਿੰਗ, ਮੈਸਟੀਕੇਸ਼ਨ, ਇਹ ਸਾਰਾ ਕੰਮ ਜਿਹੜਾ ਹੈਗਾ ਕੌਣ ਕਰਦੇ ਨੇ, ਦੰਦ ਕਰਦੇ ਨੇ। ਵੈਸੇ ਜਿਹੜੇ ਬੱਚੇ ਨੇ ਨਾ ਉਹ ਆਪਣੇ ਦੰਦਾਂ ਦੀ ਇੰਨੀ ਕੇਅਰ ਨਹੀਂ ਕਰਦੇ। ਫਿਰ ਜਦੋਂ ਉਮਰ ਵੱਧਦੀ ਆ, ਬੁਢਾਪਾ ਆਉਂਦਾ ਨਾ, ਉਦੋਂ ਪਤਾ ਲੱਗਦਾ ਫਿਰ ਕਿ ਦੰਦ ਕਿੰਨੇ ਇੰਪੋਰਟੈਂਟ ਹੁੰਦੇ, ਤੇ ਜੇ ਅਸੀਂ ਉਹਨਾਂ ਦੀ ਕੇਅਰ ਕਰਦੇ ਤੇ ਕਿੰਨਾ ਚੰਗਾ ਹੁੰਦਾ, ਇਹ ਤੁਹਾਨੂੰ ਬਾਅਦ ਚੋਂ ਪਤਾ ਲੱਗੂ। ਸੋ ਇੱਕ ਪ੍ਰੋਬਲਮ ਜਿਹੜੀ ਆ ਇੱਥੇ ਡਿਸਕਸ ਕਰ ਲਈਏ ਦੰਦਾਂ ਦੀ, ਉਹਨੂੰ ਆਪਾਂ ਡੈਂਟਲ ਕੈਰੀਜ਼ ਕਹਿੰਦੇ ਆ, ਯਾਨੀ ਕਿ ਕੀੜਾ ਲੱਗ ਜਾਣਾ ਦੰਦਾਂ 'ਚ। ਸੋ ਹੁੰਦਾ ਕੀ ਆ ਵੀ ਡੈਂਟਲ ਕੇਰੀਜ਼ ਜਾਂ ਟੂਥ ਡਿਕੇ, ਇਹਦੇ ਨਾਲ ਜਿਹੜਾ ਸਾਡਾ ਦੰਦਾਂ ਦਾ ਇਨੈਮਲ ਹੁੰਦਾ ਜਾਂ ਜਿਹੜਾ ਡੈਂਟਾਈਨ ਹੁੰਦਾ, ਡੈਂਟਾਈਨ ਮਤਲਬ ਜਿਹੜਾ ਹਿੱਸਾ ਦੰਦ ਦਾ ਬਾਹਰ ਵੱਲ ਨੂੰ ਵਿਖਾਈ ਦੇ ਰਿਹਾ, ਉਹ ਸੌਫਟ ਹੋ ਜਾਂਦਾ ਹੌਲੀ ਹੌਲੀ। ਕਿੱਦਾਂ ਹੁੰਦਾ ਵੀ ਜਿੱਦਾਂ ਅਸੀਂ ਖਾਣਾ ਖਾਧਾ ਹੈ ਨਾ, ਉਹਦੇ 'ਚ ਸ਼ੂਗਰਸ ਵਗੈਰਾ ਜਿਹੜੀਆਂ ਹੁੰਦੀਆਂ ਨੇ ਉਹਨਾਂ ਦੇ ਉੱਤੇ ਬੈਕਟੀਰੀਆ ਜਿਹੜੇ ਨੇ ਨਾ ਉਹ ਐਕਟ ਕਰਦੇ ਨੇ ਤੇ ਐਸਿਡਸ ਪ੍ਰੋਡਿਊਸ ਕਰਦੇ ਨੇ। ਇਹ ਜਿਹੜੇ ਐਸਿਡ ਜਾਂ ਤੇਜ਼ਾਬ ਹੁੰਦੇ ਇਹ ਕੀ ਕਰਦੇ ਨੇ ਕਿ ਜਿਹੜਾ ਇਨੈਮਲ ਹੈਗਾ ਦੰਦ ਦਾ ਉਹਦੇ ਵਿੱਚੋਂ ਮਿਨਰਲਸ ਜਿਹੜੇ ਨੇ ਉਹਨਾਂ ਨੂੰ ਬਾਹਰ ਕੱਢ ਕੇ ਉਹਨੂੰ ਸੌਫਟ ਕਰ ਦਿੰਦੇ, ਯਾਨੀ ਕਿ ਕਮਜ਼ੋਰ ਕਰ ਦਿੰਦੇ ਆ। ਔਰ ਬਹੁਤ ਸਾਰੇ ਜਿਹੜੇ ਬੈਕਟੀਰੀਅਲ ਸੈੱਲ ਉਹ ਫੂਡ ਪਾਰਟੀਕਲ ਦੇ ਨਾਲ ਰਲ ਕੇ ਦੰਦਾਂ ਦੇ ਉੱਤੇ ਸਟਿਕ ਕਰ ਜਾਂਦੇ ਆ ਤੇ ਇੱਕ ਕਰੇੜਾ ਜਿਹਾ ਬਣਾ ਦਿੰਦੇ, ਜਿਹਨੂੰ ਅਸੀਂ ਪਲੇਕ ਕਹਿੰਦੇ ਆ। ਔਰ ਪਲੇਕ ਬਣ ਜਾਣ ਕਰਕੇ ਕੀ ਹੁੰਦਾ ਕਿ ਜਿਹੜਾ ਸਲਾਈਵਾ ਹੁੰਦਾ ਨਾ ਉਹ ਦੰਦ ਦੇ ਸਰਫੇਸ ਦੇ ਉੱਤੇ ਜਾ ਹੀ ਨਹੀਂ ਪਾਉਂਦਾ, ਉਹਨੂੰ ਨਿਊਟਰਲਾਈਜ਼ ਕਰ ਹੀ ਨਹੀਂ ਪਾਉਂਦਾ, ਤੇ ਹੌਲੀ ਹੌਲੀ ਐਸਿਡ ਜਿਹੜਾ ਬਣਿਆ ਹੁੰਦਾ ਉਹਦਾ ਅਸਰ ਵੱਧਦਾ ਜਾਂਦਾ, ਜਿਹਦੇ ਨਾਲ ਦੰਦ ਫਿਰ ਖਰਾਬ ਹੁੰਦਾ ਜਾਂਦਾ। ਤੇ ਸਾਨੂੰ ਕੀ ਕਰਨਾ ਚਾਹੀਦਾ, ਆਪਣੇ ਦੰਦਾਂ ਨੂੰ ਰੈਗੂਲਰਲੀ ਬਰਸ਼ ਕਰਨਾ ਚਾਹੀਦਾ, ਇਸ ਤੋਂ ਪਹਿਲਾਂ ਕਿ ਕਰੇੜਾ ਜੰਮ ਜਾਵੇ। ਤੇ ਜੇ ਕੋਈ ਮਾੜੀ ਮੋਟੀ ਪ੍ਰੋਬਲਮ ਹੋਵੇ ਤਾਂ ਜਲਦੀ ਤੋਂ ਜਲਦੀ ਡਾਕਟਰ ਨੂੰ ਵਿਖਾਓ, ਨਹੀਂ ਤਾਂ ਫਿਰ ਇਹ ਜਿਹੜੀ ਹੈ ਕੋਈ ਇਨਫਲੇਮੇਸ਼ਨ ਜਾਂ ਇਨਫੈਕਸ਼ਨ ਵੱਧ ਵੀ ਸਕਦੀ ਦੰਦਾਂ ਦੀ। ਹੁਣ ਅਸੀਂ ਗੱਲ ਕਰਦੇ ਹਾਂ ਜੀਭ ਦੀ, ਯਾਨੀ ਕਿ ਟੰਗ ਦੀ। ਟੰਗ ਜਿਹੜੀ ਹੁੰਦੀ ਹੈ ਇਹ ਇੱਕ ਮਸਕੂਲਰ ਆਰਗਨ ਆ, ਇੱਥੇ ਦਿਖਾਈ ਦੇ ਰਿਹਾ ਨਾ, ਬੜਾ ਮਸਕੂਲਰ ਜਿਹਾ ਆਰਗਨ ਹੁੰਦਾ ਜਿਹੜਾ ਕਿ ਚੂਇੰਗ, ਟੇਸਟਿੰਗ ਅਤੇ ਸਵੈਲਵਿੰਗ ਆਫ ਫੂਡ 'ਚ ਹੈਲਪ ਕਰਦਾ, ਯਾਨੀ ਕਿ ਚਬਾਣਾ, ਟੇਸਟ ਕਰਨਾ ਫੂਡ ਨੂੰ ਤੇ ਫਿਰ ਉਹਨੂੰ ਅੰਦਰ ਵੱਲ ਨੂੰ ਨਿਗਲਣਾ ਫੂਡ ਨੂੰ, ਇਹਦੇ ਵਿੱਚ ਸਾਡੀ ਜਿਹੜੀ ਜੀਭ ਆ ਉਹ ਹੈਲਪ ਕਰਦੀ ਹੈ। ਹੁਣ ਟੇਸਟ ਦੀ ਅਗਰ ਗੱਲ ਕਰੀਏ ਤਾਂ ਜਿਹੜੀ ਜੀਭ ਹੁੰਦੀ ਨਾ ਸਾਡੀ, ਇਹਦੇ ਅਲੱਗ-ਅਲੱਗ ਹਿੱਸੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਟੇਸਟ ਨੇ ਨਾ ਉਹਨਾਂ ਨੂੰ ਸੈਂਸ ਕਰਦੇ ਆ, ਜਿੱਦਾਂ ਕਿ ਨਮਕੀਨ ਹੋ ਗਿਆ, ਖੱਟਾ ਹੋ ਗਿਆ, ਮਿੱਠਾ ਹੋ ਗਿਆ, ਕੌੜਾ ਹੋ ਗਿਆ, ਇਹ ਸਾਰੇ ਜਿਹੜੇ ਨੇ ਨਾ ਟੇਸਟ ਇਹ ਜੀਭ ਤੋਂ ਹੀ ਸਾਨੂੰ ਪਤਾ ਲੱਗਦੇ ਨੇ। ਜੀਭ ਦੇ ਅੰਦਰ ਦੇ ਜਿਹੜੇ ਰਿਸੈਪਟਰਸ ਹੁੰਦੇ ਨੇ ਨਾ ਉਹ ਸਾਡੇ ਦਿਮਾਗ ਨੂੰ ਮੈਸੇਜ ਭੇਜਦੇ ਨੇ ਤੇ ਅਸੀਂ ਉਸ ਸਵਾਦ ਨੂੰ ਮਹਿਸੂਸ ਕਰਦੇ ਹਾਂ। ਸੋ ਬੱਕਲ ਕੈਵਿਟੀ 'ਚ ਹੋਰ ਕੀ ਆ ਜਾਊਗਾ, ਸਲਾਈਵਰੀ ਗਲੈਂਡਸ ਆ ਜਾਣਗੀਆਂ। ਤੇ ਸਲਾਈਵਰੀ ਗਲੈਂਡਸ ਦੇ 3 ਪੇਅਰ ਹੁੰਦੇ, ਇੱਕ ਸਾਡੇ ਮੂੰਹ ਦੇ ਸੱਜੇ ਪਾਸੇ ਤੇ ਇੱਕ ਖੱਬੇ ਪਾਸੇ, ਠੀਕ ਹੈ ਨਾ, ਇਸ ਤਰ੍ਹਾਂ ਜੋੜਿਆਂ 'ਚ ਹੁੰਦੇ ਆ। ਸੋ ਆ ਜਿਹੜਾ ਸਾਡਾ ਲੋਅਰ ਜੌ ਹੁੰਦਾ ਉਹਦੇ ਥੱਲੇ ਵਾਲੇ ਪਾਸੇ 2 ਪੇਅਰ ਆ ਜਾਣਗੇ ਸਲਾਈਵਰੀ ਗਲੈਂਡਸ ਦੇ, ਜਿਨ੍ਹਾਂ ਦਾ ਨਾਮ ਹੁੰਦਾ ਸਬਲਿੰਗੁਅਲ ਤੇ ਸਬ ਮੈਗਜ਼ਿਲਰੀ ਗਲੈਂਡਸ। ਤੇ ਆ ਇੱਧਰ ਉੱਪਰ ਵਾਲੇ ਪਾਸੇ ਕੰਨਾਂ ਦੇ ਅਗਲੇ ਪਾਸੇ ਤੇ ਆ ਜਿਹੜਾ ਹੈਗਾ ਅੱਪਰ ਜੌ ਇਹਦੇ ਉੱਪਰ ਵਾਲੇ ਪਾਸੇ, ਇੱਥੇ ਇੱਕ ਹੋਰ ਸਲਾਈਵਰੀ ਗਲੈਂਡ ਹੁੰਦੀ ਜਿਹਨੂੰ ਅਸੀਂ ਪੈਰੋਟਿਡ ਗਲੈਂਡ ਕਹਿੰਦੇ ਆ। ਤੇ ਇਹ ਤਿੰਨੋਂ ਜਿਹੜੀਆਂ ਗਲੈਂਡ ਹੁੰਦੀਆਂ ਨੇ ਇਹ ਸਲਾਈਵਾ ਪ੍ਰੋਡਿਊਸ ਕਰਦੀਆਂ, ਤੇ ਇਹ ਜਿਹੜਾ ਸਲਾਈਵਾ ਹੁੰਦਾ ਫਿਰ ਆ ਜਿਹੜੀ ਸਾਡੀ ਬੱਕਲ ਕੈਵਿਟੀ ਆ ਇਹਦੇ ਵਿੱਚ ਆ ਜਾਂਦਾ। ਕਈ ਵਾਰੀ ਕੀ ਹੁੰਦਾ ਕਿ ਖਾਣੇ ਦਾ ਟਾਈਮ ਹੋਇਆ ਹੋਵੇ ਜਾਂ ਸਾਡੇ ਲਾਗੇ ਕੋਈ ਸਾਡਾ ਸਾਥੀ ਖਾਣਾ ਖਾ ਰਿਹਾ ਹੋਵੇ ਜਾਂ ਕੋਈ ਸਮੈਲ ਆ ਰਹੀ ਹੋਵੇ, ਅਰੋਮਾ ਆ ਰਿਹਾ ਹੋਵੇ ਖਾਣੇ ਦਾ, ਤੇ ਕੀ ਹੁੰਦਾ ਕਿ ਸਾਡੇ ਮੂੰਹ 'ਚ ਪਾਣੀ ਆਉਣਾ ਸ਼ੁਰੂ ਹੋ ਜਾਂਦਾ। ਐਕਚੁਅਲੀ ਉਹ ਪਾਣੀ ਨਹੀਂ ਆਉਂਦਾ, ਉਹ ਸਲਾਈਵਾ ਆਉਂਦਾ। ਇਹਦਾ ਮਤਲਬ ਹੁੰਦਾ ਵੀ ਹੁਣ ਖਾਣਾ ਮਿਲ ਜਾਵੇ।
ਠੀਕ ਹੈ ਨਾ। ਸੋ ਸਲਾਈਵਾ ਕੰਮ ਕੀ ਕਰਦਾ, ਇਹ ਲੁਬਰੀਕੇਟ ਵੀ ਕਰਦਾ ਫੂਡ ਨੂੰ ਤੇ ਮੋਇਸਟਨ ਵੀ ਕਰਦਾ ਫੂਡ ਨੂੰ। ਸੋ ਇਹ ਗਿੱਲਾ ਗਿੱਲਾ ਜਿਹਾ ਕਰ ਦਊਗਾ। ਇਸ ਤੋਂ ਇਲਾਵਾ ਸਲਾਈਵਾ ਦੇ ਵਿੱਚ ਇੱਕ ਐਂਜ਼ਾਈਮ ਹੁੰਦਾ ਜਿਹਨੂੰ ਅਸੀਂ ਸਲਾਈਵਰੀ ਏਮਾਈਲੇਜ਼ ਜਾਂ ਟਾਇਲਿਨ ਵੀ ਕਹਿੰਦੇ ਆ। ਇਹ ਜਿਹੜਾ ਐਂਜ਼ਾਈਮ ਹੁੰਦਾ ਇਹ ਕੀ ਕਰਦਾ ਕਿ ਬੱਕਲ ਕੈਵਿਟੀ ਦੇ ਵਿੱਚ ਹੀ ਡਾਈਜੈਸ਼ਨ ਸਟਾਰਟ ਕਰ ਦਿੰਦਾ। ਡਾਈਜੈਸ਼ਨ ਆਫ ਕਾਰਬੋਹਾਈਡਰੇਟਸ ਇੱਥੇ ਹੀ ਸਟਾਰਟ ਹੋ ਜਾਂਦੀ ਆ, ਬੱਕਲ ਕੈਵਿਟੀ 'ਚ ਹੀ ਹੋ ਜਾਂਦੀ ਹੈ। ਸੋ ਜਿਹੜੀ ਅਸੀਂ ਕਾਰਬੋਹਾਈਡਰੇਟਸ ਖਾਧੀ ਹੈ ਜਾਂ ਜੋ ਸਟਾਰਚ ਅਸੀਂ ਖਾਧੀ ਹੈ ਉਹਦੇ ਜਿਹੜੇ ਪੋਲੀਸੈਕਰਾਈਡਸ ਹੁੰਦੇ ਨੇ ਉਹ ਡਾਈਸੈਕਰਾਈਡ ਮਾਲਟੋਜ਼ ਦੇ ਵਿੱਚ ਟੁੱਟਣਾ ਇੱਥੇ ਸ਼ੁਰੂ ਕਰ ਦਿੰਦੇ ਆ। ਸੋ ਡਾਈਜੈਸ਼ਨ ਸਟਾਰਟਸ ਹੇਅਰ ਓਨਲੀ ਇਨ ਬੱਕਲ ਕੈਵਿਟੀ ਓਨਲੀ ਬਿਕੋਜ਼ ਆਫ ਦਾ ਸਲਾਈਵਰੀ ਏਮਾਈਲੇਜ਼ ਐਂਜ਼ਾਈਮ। ਹੁਣ ਇਹ ਜਿਹੜਾ ਹੈਗਾ ਸਾਡਾ ਬੱਕਲ ਕੈਵਿਟੀ ਦਾ ਪਾਰਟ ਜਾਂ ਓਰਲ ਕੈਵਿਟੀ ਦਾ ਪਾਰਟ, ਇਹਦੇ ਵਿੱਚ ਆ ਗਏ ਦੰਦ, ਇਹਦੇ ਵਿੱਚ ਆ ਗਈ ਸਾਡੀ ਜੀਭ, ਇਹਦੇ ਵਿੱਚ ਓਪਨਿੰਗਸ ਆ ਗਈਆਂ ਸਲਾਈਵਰੀ ਗਲੈਂਡ ਦੀਆਂ, ਤੇ ਜਿਹੜਾ ਵੀ ਅਸੀਂ ਖਾਣਾ ਇੰਜੈਸਟ ਕੀਤਾ ਇੱਥੇ ਉਹਦੇ ਵਿੱਚ ਆ ਸਾਰਿਆਂ ਨੇ ਕੰਟਰੀਬਿਊਟ ਕੀਤਾ। ਉਸ ਤੋਂ ਬਾਅਦ ਜਿਹੜਾ ਖਾਣਾ ਹੈਗਾ ਗਿੱਲਾ ਗਿੱਲਾ ਜਿਹਾ ਤੇ ਚਬਾਇਆ ਹੋਇਆ ਖਾਣਾ, ਇਹ ਕਿੱਥੇ ਜਾਊਗਾ, ਇਹ ਅਗਲੇ ਹਿੱਸੇ 'ਚ ਜਾਊਗਾ। ਇਸ ਹਿੱਸੇ ਨੂੰ ਅਸੀਂ ਕੀ ਕਹਿੰਦੇ ਆ, ਇਹਨੂੰ ਅਸੀਂ ਫੇਰਿੰਗਸ ਕਹਿੰਦੇ ਆ। ਸੋ ਇਹ ਜਿਹੜਾ ਫੇਰਿੰਗਸ ਹੁੰਦਾ ਇਹਦੇ ਤਿੰਨ ਪਾਰਟਸ ਹੁੰਦੇ ਨੇ, ਲਰਿੰਜੋਫੇਰਿੰਗਸ, ਨੇਜ਼ੋਫੇਰਿੰਗਸ ਤੇ ਓਰੋਫੇਰਿੰਗਸ। ਆ ਜਿਹਦਾ ਕੀ ਫੇਰਿੰਗਸ ਹੈ ਨਾ, ਇਹਦਾ ਜਿਹੜਾ ਨੱਕ ਵੱਲ ਨੂੰ ਹਿੱਸਾ ਮਿਲਦਾ ਪਿਆ ਉੱਪਰ ਵੱਲ ਨੂੰ, ਇਹਨੂੰ ਅਸੀਂ ਨੇਜ਼ੋਫੇਰਿੰਗਸ ਕਹਿੰਦੇ ਆ। ਤੇ ਸਾਡੀ ਬੱਕਲ ਕੈਵਿਟੀ ਦੇ ਬਿਲਕੁਲ ਸਾਹਮਣੇ ਵਾਲਾ ਹਿੱਸਾ ਜਿਹੜਾ ਹੁੰਦਾ ਉਹਨੂੰ ਅਸੀਂ ਓਰੋਫੇਰਿੰਗਸ ਕਹਿੰਦੇ ਆ। ਤੇ ਜਿਹੜਾ ਹਿੱਸਾ ਥੱਲੇ ਵੱਲ ਨੂੰ ਸਾਡੀ ਵਿੰਡ ਪਾਈਪ ਵੱਲ ਨੂੰ ਚਲਾ ਜਾਵੇ ਉਹਨੂੰ ਅਸੀਂ ਲਰਿੰਜੋਫੇਰਿੰਗਸ ਕਹਿੰਦੇ ਆ। ਸੋ ਜਿਹੜਾ ਫੂਡ ਆ ਉਹਨੇ ਕਿੱਥੇ ਜਾਣਾ, ਉਹਨੇ ਓਰੋਫੇਰਿੰਗਸ ਜਾਣਾ, ਤੇ ਇਸ ਓਰੋਫੇਰਿੰਗਸ ਤੋਂ ਇਹ ਜਿਹੜਾ ਫੂਡ ਹੈਗਾ ਫਿਰ ਅੱਗੇ ਈਸੋਫੇਗਸ ਦੇ ਵਿੱਚ ਐਂਟਰ ਕਰ ਜਾਊਗਾ। ਆ ਜਿਹੜਾ ਲਰਿੰਜੋਫੇਰਿੰਗਸ ਹੁੰਦਾ ਨਾ, ਇਹਦੇ ਉੱਤੇ ਇੱਕ ਲੀਫ ਲਾਈਕ ਸਟਰਕਚਰ ਹੁੰਦੀ ਜਿਹਨੂੰ ਅਸੀਂ ਐਪੀਗਲੋਟਿਸ ਕਹਿੰਦੇ ਆ। ਤੇ ਇਹ ਜਿਹੜਾ ਐਪੀਗਲੋਟਿਸ ਹੁੰਦਾ ਉਹ ਇਹ ਇਨਸ਼ੋਰ ਕਰਦਾ ਵੀ ਜਦੋਂ ਵੀ ਅਸੀਂ ਜਿਹੜਾ ਨਿਵਾਲਾ ਹੈਗਾ ਉਹਨੂੰ ਨਿਗਲਣਾ ਤਾਂ ਉਹ ਵਿੰਡ ਪਾਈਪ 'ਚ ਨਾ ਜਾਵੇ, ਫੂਡ ਪਾਈਪ 'ਚ ਹੀ ਜਾਵੇ, ਈਸੋਫੇਗਸ 'ਚ ਹੀ ਜਾਵੇ। ਇਸੇ ਕਰਕੇ ਕਹਿੰਦੇ ਆ ਨਾ ਵੀ ਖਾਣਾ ਖਾਂਦੇ ਹੋਏ ਬੋਲਣਾ ਨਹੀਂ ਚਾਹੀਦਾ ਜਾਂ ਟੱਪਣਾ ਨਹੀਂ ਚਾਹੀਦਾ, ਉਹ ਇਸੇ ਕਰਕੇ ਆਖਦੇ ਆ। ਸੋ ਆ ਜਿਹੜੀ ਲੰਬੀ ਜੀ ਟਿਊਬ ਜਾਂ ਗੱਟ ਦਾ ਪਾਰਟ ਆ ਰਿਹਾ ਇਹਨੂੰ ਅਸੀਂ ਈਸੋਫੇਗਸ ਕਹਿੰਦੇ ਆ। ਈਸੋਫੇਗਸ ਨੇ ਕੀ ਕਰਨਾ, ਸਿੰਪਲੀ ਇਹਨੇ ਜਿਹੜਾ ਫੂਡ ਹੈਗਾ ਫੇਰਿੰਗਸ ਤੋਂ ਸਟਮਕ ਵੱਲ ਨੂੰ ਟ੍ਰਾਂਸਫਰ ਕਰ ਦੇਣਾ। ਸੋ ਇਹਦੇ ਚ ਡਾਈਜੈਸ਼ਨ ਕੋਈ ਨਹੀਂ ਹੋਣੀ, ਲੇਕਿਨ ਫੂਡ ਨੇ ਇਹਦੇ ਚੋਂ ਟਰੈਵਲ ਕਰਕੇ ਅੱਗੇ ਸਟਮਕ 'ਚ ਪਹੁੰਚਣਾ। ਹੁਣ ਗੱਲ ਕਰਦੇ ਆ ਸਟਮਕ ਦੀ। ਆ ਜਿਹੜਾ ਪਾਊਚ ਜਿਹਾ ਹੈਗਾ ਜੇ ਸ਼ੇਪਡ ਜਿਹਾ, ਇਹਨੂੰ ਅਸੀਂ ਸਟਮਕ ਕਹਿੰਦੇ ਆ ਜਾਂ ਪੰਜਾਬੀ 'ਚ ਇਹਨੂੰ ਅਸੀਂ ਪੇਟ ਵੀ ਕਹਿ ਦਿੰਦੇ ਆ। ਤੇ ਇਹਦੀ ਜਿਹੜੀ ਲਾਈਨਿੰਗ ਹੁੰਦੀ ਹੈ ਬਹੁਤ ਜ਼ਿਆਦਾ ਮਸਕੂਲੇਚਰ ਵਾਲੀ ਹੁੰਦੀ ਹੈ, ਯਾਨੀ ਕਿ ਹਾਈਲੀ ਮਸਕੂਲਰ ਹੁੰਦੀ, ਬੜੀ ਟਫ ਜੀ ਲਾਈਨਿੰਗ ਹੁੰਦੀ। ਕਿਉਂ? ਕਿਉਂਕਿ ਚਰਨਿੰਗ ਆਫ ਦਾ ਫੂਡ ਐਂਡ ਮਿਕਸਿੰਗ ਇਟ ਵਿਦ ਗੈਸਟ੍ਰਿਕ ਜੂਸ ਉਹ ਇੱਥੇ ਸਟਮਕ ਦੇ ਵਿੱਚ ਹੁੰਦੀ ਹੈ ਬਿਕੋਜ਼ ਆਫ ਦਿਸ ਮਸਕੂਲਰ ਲਾਈਨਿੰਗ। ਸੋ ਆ ਟਫ ਮਸਕੂਲੇਚਰ ਜਿਹੜਾ ਹੈਗਾ ਉਹ ਹੋਰ ਵੀ ਜ਼ਿਆਦਾ ਜਿਹੜਾ ਫੂਡ ਹੈਗਾ ਨਾ ਆਪਾਂ ਖਾਦਾ ਉਹਨੂੰ ਚਰਨ ਕਰ ਦੂਗਾ। ਤੇ ਇਹ ਜਿਹੜੀ ਲਾਈਨਿੰਗ ਹੈਗੀ ਹੈ ਸਟਮਕ ਦੀ, ਇਹਦੇ ਵਿੱਚੋਂ ਡਾਈਜੈਸਟਿਵ ਜੂਸ ਵੀ ਨਿਕਲਦਾ ਜਿਹਨੂੰ ਅਸੀਂ ਕਹਿੰਦੇ ਆ ਗੈਸਟ੍ਰਿਕ ਜੂਸ। ਤੇ ਇਸ ਗੈਸਟ੍ਰਿਕ ਜੂਸ ਵਿੱਚੋਂ ਆ ਚਾਰ ਚੀਜ਼ਾਂ ਨਿਕਲਦੀਆਂ। ਇੱਕ ਤਾਂ ਨਿਕਲਦਾ ਹਾਈਡਰੋਕਲੋਰਿਕ ਐਸਿਡ, ਹਾਂਜੀ ਐਸਿਡ, ਤੇਜ਼ਾਬ। ਸੁਣਿਆ ਤੇ ਹੋਣਾ ਤੁਸੀਂ, ਕਈ ਵਾਰੀ ਲੋਕ ਕਹਿ ਦਿੰਦੇ ਨਾ ਵੀ ਮੈਨੂੰ ਐਸਿਡਿਟੀ ਜੀ ਹੋ ਗਈ ਆ, ਹੈਨਾ। ਉਹ ਕਿਉਂ ਹੁੰਦੀ ਆ? ਜਦੋਂ ਜ਼ਿਆਦਾ HCl ਪ੍ਰੋਡਿਊਸ ਹੁੰਦਾ ਤੇ ਕਈ ਵਾਰੀ ਉਹ ਈਸੋਫੇਗਸ 'ਚ ਵੀ ਚਲਾ ਜਾਂਦਾ ਥੋੜਾ ਬਹੁਤ, ਤਾਂ ਉਹਦੇ ਨਾਲ ਜਲਨ ਜੀ ਹੋਣ ਲੱਗ ਪੈਂਦੀ ਇੱਥੇ। ਸੋ HCl, ਮਿਊਕਸ, ਪੈਪਸੀਨੋਜਨ ਤੇ ਗੈਸਟ੍ਰਿਕ ਲਾਈਪੇਜ਼, ਆ ਚਾਰ ਚੀਜ਼ਾਂ ਜਿਹੜੀਆਂ ਨੇ ਗੈਸਟ੍ਰਿਕ ਜੂਸ ਦੇ ਵਿੱਚੋਂ ਸਾਨੂੰ ਮਿਲਦੀਆਂ ਨੇ। ਇਹ ਗੈਸਟ੍ਰਿਕ ਜੂਸ ਜਿਹੜਾ ਹੈਗਾ ਇਹ ਕਿੱਥੋਂ ਰਿਲੀਜ਼ ਹੁੰਦਾ ਪਿਆ? ਇਹ ਸਿਕ੍ਰੀਟ ਹੁੰਦਾ ਗੈਸਟ੍ਰਿਕ ਲਾਈਨਿੰਗ ਤੋਂ, ਯਾਨੀ ਕਿ ਸਟਮਕ ਦੀ ਲਾਈਨਿੰਗ ਤੋਂ ਸਿਕ੍ਰੀਟ ਹੁੰਦਾ। ਹੁਣ ਇਹਨਾਂ ਦੇ ਕੰਮ ਕੀ ਆ? ਪਹਿਲਾਂ ਤੇ ਆਪਾਂ HCl ਦਾ ਕੰਮ ਵੇਖਦੇ ਹਾਂ। HCl ਕੀ ਕਰਦਾ ਹੈਗਾ? ਇੱਕ ਤਾਂ ਇਹ ਐਸਿਡਿਕ pH ਜਿਹੜਾ ਹੈਗਾ ਨਾ ਉਹ ਮੇਨਟੇਨ ਕਰਦਾ ਸਟਮਕ ਦੇ ਵਿੱਚ, ਕਿਉਂਕਿ ਜਿਹੜੇ ਡਾਈਜੈਸਟਿਵ ਐਂਜ਼ਾਈਮਸ ਨੇ ਜਿੱਦਾਂ ਪੈਪਸੀਨੋਜਨ ਹੈ ਉਹਨੇ ਐਸਿਡਿਕ ਮੀਡੀਅਮ ਦੇ ਵਿੱਚ ਕੰਮ ਕਰਨਾ। ਦੂਜਾ, ਇਹ ਫੂਡ ਦੇ ਨਾਲ ਜਿਹੜੇ ਕੋਈ ਮਾਈਕਰੋਬਸ ਜਾਂ ਕੋਈ ਡਿਜ਼ੀਜ਼ ਕਾਜ਼ਿੰਗ ਆਰਗੇਨਿਜ਼ਮਸ ਜਿਹਨਾਂ ਨੂੰ ਆਪਾਂ ਪੈਥੋਜਨਸ ਕਹਿੰਦੇ ਆ, ਜੇ ਉਹ ਵੀ ਨਾਲ ਆ ਗਏ ਹੋਣ ਤਾਂ HCl ਉਹਨਾਂ ਨੂੰ ਮਾਰ ਦਿੰਦਾ। ਯਾਨੀ ਕਿ ਜਿਹੜਾ ਫੂਡ ਆਪਾਂ ਖਾ ਲਿਆ ਉਹਦੇ ਵਿੱਚੋਂ ਕੋਈ ਵੀ ਬਿਮਾਰੀਆਂ ਫੈਲਾਉਣ ਵਾਲੇ ਮਾਈਕਰੋਬਸ ਅਗਰ ਹੋਣ ਤੇ ਉਹਨਾਂ ਨੂੰ ਮਾਰ ਕੇ ਸਾਨੂੰ ਪ੍ਰੋਟੈਕਟ ਕਰਨ ਦਾ ਕੰਮ ਵੀ HCl ਕਰਦਾ। ਇਸ ਤੋਂ ਇਲਾਵਾ ਕੀ ਆ ਵੀ ਐਂਜ਼ਾਈਮ ਹੁੰਦਾ ਇੱਕ ਪੈਪਸੀਨੋਜਨ ਜਿਹੜਾ ਕਿ ਗੈਸਟ੍ਰਿਕ ਜੂਸ 'ਚ ਪ੍ਰੈਜ਼ੈਂਟ ਹੁੰਦਾ। ਇਹ ਪੈਪਸੀਨੋਜਨ ਇਨਐਕਟਿਵ ਫਾਰਮ 'ਚ ਹੁੰਦਾ, ਯਾਨੀ ਕਿ ਇਹ ਕੰਮ ਨਹੀਂ ਕਰ ਸਕਦਾ। ਜਦੋਂ ਇਹਦੇ ਉੱਤੇ HCl ਪੈਂਦਾ, pH ਜਿਹੜਾ ਹੁੰਦਾ ਉਹ ਐਸਿਡਿਕ ਹੋ ਜਾਂਦਾ, ਤਾਂ ਇਹ ਪੈਪਸੀਨੋਜਨ ਐਕਟਿਵ ਫਾਰਮ 'ਚ ਕਨਵਰਟ ਹੋ ਜਾਂਦਾ ਪੈਪਸਿਨ 'ਚ, ਤੇ ਪੈਪਸਿਨ ਫਿਰ ਅੱਗੋਂ ਪ੍ਰੋਟੀਨ ਦੀ ਡਾਈਜੈਸ਼ਨ ਸਟਾਰਟ ਕਰ ਦਿੰਦਾ। pH ਕਿੰਨਾ ਹੁੰਦਾ ਸਾਡੇ ਸਟਮਕ ਦਾ? ਬਹੁਤ ਜ਼ਿਆਦਾ ਐਸਿਡਿਕ ਹੁੰਦਾ, 2 ਤੋਂ 3 ਤੱਕ ਦਾ ਵੀ pH ਜਿਹੜਾ ਹੁੰਦਾ ਉਹ ਸਾਡੇ ਸਟਮਕ ਦਾ ਹੋ ਸਕਦਾ। ਵਾਪਸ ਆਉਂਦੇ ਆ ਗੈਸਟ੍ਰਿਕ ਜੂਸ ਦੇ ਹੋਰ ਕੰਪੋਨੈਂਟਸ ਦੀ ਵੀ ਗੱਲ ਕਰਦੇ ਆ। HCl ਦੇ ਫੰਕਸ਼ਨ ਅਸੀਂ ਦੇਖ ਲਏ। ਮਿਊਕਸ ਦਾ ਕੀ ਕੰਮ ਹੁੰਦਾ? ਮਿਊਕਸ ਜਿਹੜਾ ਨਾ ਇਹ ਵੀ ਇੱਕ ਲੁਬਰੀਕੇਟਿੰਗ ਜਿਹਾ ਫਲੂਇਡ ਹੁੰਦਾ। ਸੋ ਦੇਖੋ ਜਿਹੜਾ ਤੇਜ਼ਾਬ ਨਿਕਲਦਾ ਪਿਆ ਸਾਡੇ ਸਟਮਕ ਦੇ ਵਿੱਚ ਉਹਦੇ ਤੋਂ ਆਪਣੀ ਗੈਸਟ੍ਰਿਕ ਲਾਈਨਿੰਗ ਨੂੰ
ਯਾਨੀ ਕਿ ਸਟਮਕ ਦੀ ਆਪ ਦੀ ਲਾਈਨਿੰਗ ਨੂੰ ਬਚਾਉਣ ਵਾਸਤੇ ਮਿਊਕਸ ਹੈਲਪ ਕਰਦਾ। ਸੋ ਮਿਊਕਸ ਕੀ ਕਰੂਗਾ ਕਿ ਗੈਸਟ੍ਰਿਕ ਲਾਈਨਿੰਗ ਨੂੰ ਕੋਟ ਕਰ ਲੂਗਾ ਤਾਂ ਕਿ ਹਾਈਡਰੋਕਲੋਰਿਕ ਐਸਿਡ ਜਿਹੜਾ ਹੈਗਾ ਹੈ ਫੂਡ ਉੱਤੇ ਐਕਟ ਕਰੇ, ਨਾ ਕਿ ਗੈਸਟ੍ਰਿਕ ਲਾਈਨਿੰਗ ਦੇ ਉੱਤੇ ਹੀ ਐਕਟ ਕਰ ਲਵੇ, ਆਪਣਾ ਥੋੜਾ ਨੁਕਸਾਨ ਕਰਨਾ। ਇਸ ਕਰਕੇ ਮਿਊਕਸ ਜਿਹੜਾ ਹੈਗਾ ਉਹ HCl ਤੋਂ ਆਪ ਦੀ ਗੈਸਟ੍ਰਿਕ ਲਾਈਨਿੰਗ ਨੂੰ ਬਚਾਉਣ ਦਾ ਕੰਮ ਕਰਦਾ। ਫਿਰ ਐਂਜ਼ਾਈਮ ਕਿਹੜਾ, ਪੈਪਸੀਨੋਜਨ, ਜਿੱਦਾਂ ਆਪਾਂ ਹੁਣੇ ਗੱਲ ਕੀਤੀ ਆ ਵੀ ਇਨਐਕਟਿਵ ਫਾਰਮ 'ਚ ਹੁੰਦਾ, ਇਹ ਐਕਟੀਵੇਟ ਹੋਊਗਾ HCl ਦੇ ਕਰਕੇ ਤੇ ਪੈਪਸਿਨ ਬਣੂਗਾ ਤੇ ਕੀ ਕਰੂਗਾ, ਪ੍ਰੋਟੀਨਸ ਦੀ ਡਾਈਜੈਸ਼ਨ ਸਟਾਰਟ ਕਰ ਦੂਗਾ। ਇਸੇ ਤਰ੍ਹਾਂ ਥੋੜੇ ਜਿਹੇ ਅਮਾਉਂਟ ਵਿੱਚ ਗੈਸਟ੍ਰਿਕ ਲਾਈਪੇਜ਼ ਐਂਜ਼ਾਈਮ ਵੀ ਪ੍ਰੈਜ਼ੈਂਟ ਹੁੰਦਾ ਗੈਸਟ੍ਰਿਕ ਜੂਸ 'ਚ। ਇਹ ਕੀ ਕਰਦਾ, ਇਹ ਫੈਟਸ ਦੀ ਡਾਈਜੈਸ਼ਨ ਥੋੜੀ ਬਹੁਤੀ ਸਟਾਰਟ ਕਰ ਦਿੰਦਾ। ਸੋ ਇਹ ਹੋ ਗਏ ਫੰਕਸ਼ਨਸ ਆਫ ਦ ਕੰਪੋਨੈਂਟਸ ਆਫ ਗੈਸਟ੍ਰਿਕ ਜੂਸ। ਔਰ ਕੁਝ ਸਮੇਂ ਦੇ ਲਈ ਜਿਹੜਾ ਫੂਡ ਹੁੰਦਾ ਉਹ ਸਟਮਕ ਦੇ ਵਿੱਚ ਹੀ ਰਹਿੰਦਾ। ਵੈਸੇ ਜਿਹੜੇ ਕਹਿੰਦੇ ਕਿ ਤਲਿਆ ਹੋਇਆ ਖਾਣਾ ਖਾਓ ਤੇ ਛੇਤੀ ਕਿਤੇ ਡਾਈਜੈਸਟ ਨਹੀਂ ਹੁੰਦਾ, ਸੁਣਿਆ ਨਾ ਤੁਸੀਂ, ਕਿਉਂਕਿ ਮੰਨਿਆ ਜਾਂਦਾ ਵੀ ਫੈਟਸ ਜਿਹੜੇ ਨੇ ਉਹ ਜ਼ਿਆਦਾ ਟਾਈਮ ਦੇ ਲਈ ਸਟਮਕ ਦੇ ਵਿੱਚ ਰਹਿੰਦੇ ਨੇ, ਜਦੋਂ ਕਿ ਕਾਰਬਸ ਐਂਡ ਪ੍ਰੋਟੀਨਸ ਕੰਪੈਰੀਟਿਵਲੀ ਜਲਦੀ ਸਟਮਕ ਤੋਂ ਫਿਰ ਅੱਗੇ ਚਲੇ ਜਾਂਦੇ ਨੇ। ਹੁਣ ਆ ਜਿਹੜਾ ਸਾਨੂੰ ਇੱਥੇ ਵੱਡਾ ਜਿਹਾ ਆਰਗਨ ਆ ਦਿਖਦਾ ਪਿਆ ਹੈ ਨਾ, ਇਹਨੂੰ ਅਸੀਂ ਕੀ ਕਹਿੰਦੇ ਆ, ਇਹਨੂੰ ਅਸੀਂ ਕਹਿੰਦੇ ਆ ਲਿਵਰ। ਤੇ ਚਲੋ ਫਿਰ ਲਿਵਰ ਦੀ ਗੱਲ ਕਰਦੇ ਆ। ਲਿਵਰ ਕੀ ਹੁੰਦਾ, ਲਿਵਰ ਲਾਰਜੈਸਟ ਗਲੈਂਡ ਆਫ ਆਰ ਬੋਡੀ ਹੁੰਦਾ, ਸਾਡੀ ਬੋਡੀ ਦਾ ਸਭ ਤੋਂ ਵੱਡਾ ਗਲੈਂਡ, ਠੀਕ ਹੈ, ਆ ਵੱਡਾ ਜਿਹਾ ਹੀ ਨਜ਼ਰ ਆ ਰਿਹਾ ਨਾ। ਸੋ ਇਹਦੇ ਤੋਂ ਜਿਹੜਾ ਡਾਈਜੈਸਟਿਵ ਜੂਸ ਬਣਦਾ ਉਹਨੂੰ ਅਸੀਂ ਹਿਪੈਟਿਕ ਜੂਸ ਕਹਿੰਦੇ ਆ ਜਾਂ ਫਿਰ ਬਾਈਲ ਜੂਸ ਕਹਿੰਦੇ ਆ। ਹੁਣ ਇਹ ਜਿਹੜਾ ਹਿਪੈਟਿਕ ਜੂਸ ਆ ਉਹ ਬਣਦਾ ਤਾਂ ਇੱਥੇ ਲਿਵਰ 'ਚ ਆ, ਲੇਕਿਨ ਸਟੋਰ ਕਿੱਥੇ ਹੁੰਦਾ, ਇਹਦੇ 'ਚ ਗੋਲ ਬਲੈਡਰ ਦੇ ਵਿੱਚ ਸਟੋਰ ਹੁੰਦਾ। ਆ ਹੈਗਾ ਗੋਲ ਬਲੈਡਰ, ਜਿਹਨੂੰ ਪੰਜਾਬੀ 'ਚ ਪਿੱਤਾ ਵੀ ਕਹਿ ਦਿੰਦੇ ਆ। ਸੋ ਇਹਦੇ ਅੰਦਰ ਬਾਈਲ ਜੂਸ ਜਿਹੜਾ ਹੈਗਾ ਉਹ ਸਟੋਰ ਹੋ ਜਾਂਦਾ। ਹੁਣ ਬਾਈਲ ਜੂਸ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਹੁੰਦੀਆਂ, ਪਹਿਲੀ ਗੱਲ ਤੇ ਹੈਗੀ ਵੀ ਬਾਈਲ ਜੂਸ 'ਚ ਕੋਈ ਐਂਜ਼ਾਈਮ ਨਹੀਂ ਹੁੰਦਾ, ਨੋ ਐਂਜ਼ਾਈਮ। ਔਰ ਇਹਦਾ ਜਿਹੜਾ ਪੀਐਚ ਆ ਉਹ ਅਲਕਲਾਈਨ ਹੁੰਦਾ। ਹੁਣ ਜਿਹੜਾ ਤੇ ਹੈਗਾ ਸੀ ਸਟਮਕ, ਇਹਦੇ ਅੰਦਰ ਤਾਂ ਐਸਿਡਿਕ ਪੀਐਚ ਸੀ, ਠੀਕ ਹੈ। ਹੁਣ ਇੱਥੋਂ ਨਿਕਲ ਕੇ ਜਦੋਂ ਫੂਡ ਨੇ ਅੱਗੇ ਜਾਣਾ ਤੇ ਉਸ ਐਸਿਡਿਕ ਮੀਡੀਅਮ ਨੂੰ ਨਿਊਟਰਲਾਈਜ਼ ਕਰਨ ਦੇ ਲਈ ਅਲਕਲਾਈਨ ਚੀਜ਼ ਪੈਣੀ ਜ਼ਰੂਰੀ ਆ। ਉਹ ਕਿੱਥੋਂ ਆਊਗੀ, ਉਹ ਬਾਈਲ ਜੂਸ 'ਚੋਂ ਆਊਗੀ। ਯਾਨੀ ਕਿ ਬਾਈਲ ਜੂਸ ਹੀ ਸਟਮਕ ਤੋਂ ਨਿਕਲ ਰਹੇ ਫੂਡ ਤੋਂ ਜਿਹੜੀ ਐਸਿਡਿਟੀ ਆ ਉਹਨੂੰ ਨਿਊਟਰਲਾਈਜ਼ ਕਰੂਗਾ, ਕਿਉਂਕਿ ਇਹਦਾ ਆਪਦਾ ਅਲਕਲਾਈਨ ਪੀਐਚ ਆ। ਸੋ ਐਂਜ਼ਾਈਮ ਤਾਂ ਕੋਈ ਨਹੀਂ ਹੈਗਾ, ਫਿਰ ਹੈ ਕੀ ਬਾਈਲ ਜੂਸ 'ਚ, ਇਹਦੇ 'ਚ ਦੋ ਦਾ ਪਿਗਮੈਂਟਸ ਹੁੰਦੀਆਂ, ਬਿਲੀਰੂਬਿਨ ਤੇ ਬਿਲੀਵਰਡਿਨ, ਠੀਕ ਹੈ। ਇਹ ਯੈਲੋਇਸ਼ ਬਰਾਊਨ ਜਿਹੀਆਂ ਹੁੰਦੀਆਂ। ਜਿਹੜਾ ਅਸੀਂ ਫੂਡ ਵੇਸਟ ਆਪਣੀ ਬੋਡੀ ਤੋਂ ਬਾਹਰ ਕੱਢਦੇ ਆ ਨਾ, ਉਹਦਾ ਜਿਹੜਾ ਕਲਰ ਆ, ਯਾਨੀ ਕਿ ਫੀਸਿਸ ਦਾ ਜਿਹੜਾ ਕਲਰ ਆ, ਉਹ ਇਹਨਾਂ ਪਿਗਮੈਂਟਸ ਕਰਕੇ ਹੁੰਦਾ, ਬਿਲੀਰੂਬਿਨ ਤੇ ਬਿਲੀਵਰਡਿਨ ਕਰਕੇ। ਇਸ ਤੋਂ ਇਲਾਵਾ ਬਾਈਲ ਸਾਲਟਸ ਜਿਹੜੇ ਨੇ ਨਾ ਉਹ ਵੀ ਪ੍ਰੈਜ਼ੈਂਟ ਹੁੰਦੇ ਨੇ, ਜਿੱਦਾਂ ਕਿ ਸਾਲਟਸ ਆਫ ਸੋਡੀਅਮ ਟੋਰੋਕੋਲੇਟ ਜਾਂ ਸੋਡੀਅਮ ਗਲਾਈਕੋਕੋਲੇਟ ਜਾਂ ਬਾਈਕਾਰਬੋਨੇਟਸ। ਇਹ ਸਾਰੇ ਸਾਲਟ ਜਿਹੜੇ ਨੇ ਇਹ ਬਾਈਲ ਜੂਸ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਨੇ ਤੇ ਇਹ ਕੀ ਕੰਮ ਕਰਦੇ ਨੇ, ਇਹ ਇਮਲਸੀਫਿਕੇਸ਼ਨ ਆਫ ਫੈਟਸ ਦਾ ਕੰਮ ਕਰਦੇ ਨੇ। ਯਾਨੀ ਕਿ ਬਿਗ ਫੈਟ ਗਲੋਬਿਊਲਸ ਜਿਹੜੇ ਨੇ ਉਹਨਾਂ ਨੂੰ ਛੋਟੇ ਗਲੋਬਿਊਲਸ ਦੇ ਵਿੱਚ ਤੋੜ ਦਿੰਦੇ ਆ ਤਾਂ ਕਿ ਸਰਫੇਸ ਏਰੀਆ ਵੱਧ ਜਾਵੇ। ਹੁਣ ਇਹ ਕਿੱਦਾਂ ਹੁੰਦਾ, ਜਿੱਦਾਂ ਸਪੋਜ਼ ਕਰੋ ਵੀ ਆ ਇੱਕ ਫੈਟ ਗਲੋਬਿਊਲ ਆ ਕਿੱਡਾ ਵੱਡਾ ਸਾਰਾ, ਹਨਾ। ਹੁਣ ਹੋਊਗਾ ਕਿ ਜਦੋਂ ਇਮਲਸੀਫਿਕੇਸ਼ਨ ਹੋਏਗੀ ਨਾ ਤੇ ਇਹ ਛੋਟੇ ਛੋਟੇ ਫੈਟ ਗਲੋਬਿਊਲਸ ਜਿਹੜੇ ਨੇ ਨਾ ਉਹਨਾਂ ਦੇ ਵਿੱਚ ਟੁੱਟ ਜਾਊਗਾ। ਜਦੋਂ ਇਹ ਛੋਟੇ ਫੈਟ ਗਲੋਬਿਊਲਸ ਟੁੱਟ ਜਾਊਗਾ ਤੇ ਕੀ ਹੋਊਗਾ ਵੀ ਇਹਨਾਂ ਦਾ ਜਿਹੜਾ ਸਰਫੇਸ ਏਰੀਆ ਹੈਗਾ ਉਹ ਵੱਧ ਜਾਊਗਾ। ਜਿੰਨਾ ਜ਼ਿਆਦਾ ਸਰਫੇਸ ਏਰੀਆ ਵੱਧ ਜਾਊਗਾ ਉਨੇ ਜ਼ਿਆਦਾ ਜਿਹੜੇ ਨੇ ਨਾ ਐਂਜ਼ਾਈਮਸ ਉਹ ਇਹਨਾਂ ਤੇ ਐਕਟ ਕਰ ਸਕਦੇ ਆ, ਠੀਕ ਹੈ ਨਾ। ਹੁਣ ਜ਼ਿਆਦਾ ਤੋਂ ਜ਼ਿਆਦਾ ਐਂਜ਼ਾਈਮਸ ਜਿਹੜੇ ਨੇ ਇਹਨਾਂ ਫੈਟ ਗਲੋਬਿਊਲਸ ਦੇ ਉੱਪਰ ਐਕਟ ਕਰਨਗੇ ਤਾਂ ਫਿਰ ਬਹੁਤ ਜਲਦੀ ਇਹਨਾਂ ਦੀ ਜਿਹੜੀ ਆ ਉਹ ਡਾਈਜੈਸ਼ਨ ਹੋ ਜੂਗੀ। ਸੋ ਇਮਲਸੀਫਿਕੇਸ਼ਨ ਜਿਹੜੀ ਆ ਉਹਦੇ ਨਾਲ ਸਰਫੇਸ ਏਰੀਆ ਵਧਾਉਣ ਲਈ ਫੈਟ ਗਲੋਬਿਊਲ ਵੱਡੇ ਤੋਂ ਛੋਟਿਆਂ ਦੇ ਵਿੱਚ ਟੁੱਟ ਜਾਂਦੇ ਆ, ਲੇਕਿਨ ਇਹਦਾ ਪਰਪਸ ਇਹ ਹੁੰਦਾ ਵੀ ਸਰਫੇਸ ਏਰੀਆ ਵਧਣ ਤੋਂ ਬਾਅਦ ਜ਼ਿਆਦਾ ਤੋਂ ਜ਼ਿਆਦਾ ਐਂਜ਼ਾਈਮਸ ਇਹਨਾਂ ਦੇ ਉੱਤੇ ਕੰਮ ਕਰਕੇ ਇਹਨਾਂ ਦੀ ਡਾਈਜੈਸ਼ਨ ਕਰ ਸਕਣ। ਹਾਲਾਂਕਿ ਇੱਥੇ ਫੈਟ ਦੀ ਡਾਈਜੈਸ਼ਨ ਜਿਹੜੀ ਆ ਉਹ ਬਾਈਲ ਸਾਲਟ ਨੇ ਨਹੀਂ ਕਰਾਉਣੀ, ਉਹ ਅੱਗੋਂ ਐਂਜ਼ਾਈਮਸ ਨੇ ਕਰਾਉਣੀ ਆ, ਲੇਕਿਨ ਬਾਈਲ ਸਾਲਟ ਨੇ ਇਮਲਸੀਫਾਈ ਕਰ ਦੇਣੀਆਂ ਫੈਟਸ। ਹੁਣ ਆ ਜਿਹੜਾ ਹੈਗਾ ਸਟਮਕ ਦੇ ਥੱਲੇ ਇੱਕ ਲੀਫ ਵਰਗਾ ਆਰਗਨ ਦਿਖਦਾ ਪਿਆ ਸਾਨੂੰ, ਹਨਾ, ਇਹਨੂੰ ਅਸੀਂ ਕੀ ਕਹਿੰਦੇ, ਇਹਨੂੰ ਅਸੀਂ ਕਹਿੰਦੇ ਆ ਪੈਨਕ੍ਰੀਆਸ। ਹੁਣ ਇਹਦੀ ਵੀ ਗੱਲ ਕਰ ਲੈਂਦੇ ਆ। ਇਹ ਜਿਹੜਾ ਪੈਨਕ੍ਰੀਆਸ ਹੁੰਦਾ ਇਹ ਮਿਕਸਡ ਗਲੈਂਡ ਹੁੰਦਾ। ਮਿਕਸਡ ਗਲੈਂਡ ਇਹਨੂੰ ਕਿਉਂ ਕਹਿੰਦੇ ਆ, ਕਿਉਂਕਿ ਇਹ ਐਗਜ਼ੋਕਰਾਈਨ ਤੇ ਐਂਡੋਕਰਾਈਨ ਦੋਵਾਂ ਤਰ੍ਹਾਂ ਦੇ ਕੰਮ ਕਰਦਾ। ਐਗਜ਼ੋਕਰਾਈਨ ਦੇ ਵਿੱਚ ਤਾਂ ਮੇਨਲੀ ਆ ਜਾਊਗਾ ਇਹਦਾ ਡਾਈਜੈਸ਼ਨ ਦੇ ਵਿੱਚ ਰੋਲ, ਜਦੋਂ ਕਿ ਐਂਡੋਕਰਾਈਨ ਦਾ ਰੋਲ ਜਿਹੜਾ ਹੈਗਾ ਉਹ ਆ ਜਾਊਗਾ ਸਾਡੇ ਜਿਹੜੇ ਬਲੱਡ ਦੇ ਵਿੱਚ ਸ਼ੂਗਰ ਹੁੰਦੀ ਨਾ ਉਹਦੇ ਲੈਵਲ ਨੂੰ ਰੈਗੂਲੇਟ ਕਰਨਾ। ਸੋ ਪਹਿਲਾਂ ਆਪਾਂ ਐਗਜ਼ੋਕਰਾਈਨ ਰੋਲ ਆਫ ਪੈਨਕ੍ਰੀਆਸ ਦੀ ਗੱਲ ਕਰਦੇ ਹਾਂ। ਸੋ ਪੈਨਕ੍ਰੀਆਸ ਦੇ ਵਿੱਚੋਂ ਜਿਹੜਾ ਡਾਈਜੈਸਟਿਵ ਜੂਸ ਨਿਕਲਦਾ ਉਹਨੂੰ ਅਸੀਂ ਪੈਨਕ੍ਰੀਆਟਿਕ ਜੂਸ ਕਹਿੰਦੇ ਆ। ਇਹ ਜਿਹੜਾ ਪੈਨਕ੍ਰੀਆਟਿਕ ਜੂਸ ਹੁੰਦਾ ਇਹਦੇ ਵਿੱਚ ਕੀ ਕੁਝ ਹੁੰਦਾ, ਇਹਦੇ ਵਿੱਚ ਇੱਕ ਐਂਜ਼ਾਈਮ ਹੁੰਦਾ ਪੈਨਕ੍ਰੀਆਟਿਕ ਏਮਾਈਲੇਜ਼। ਇਹ ਕੀ ਕਰਦਾ, ਕਾਰਬਸ ਜਾਂ ਕਾਰਬੋਹਾਈਡਰੇਟਸ ਦੀ ਡਾਈਜੈਸ਼ਨ 'ਚ ਹੈਲਪ ਕਰਦਾ। ਫਿਰ ਇੱਕ ਹੁੰਦਾ ਪੈਨਕ੍ਰੀਆਟਿਕ ਲਾਈਪੇਜ਼, ਉਹ ਕੀ ਕਰਦਾ, ਡਾਈਜੈਸ਼ਨ ਆਫ ਫੈਟਸ ਦੇ ਵਿੱਚ ਹੈਲਪ ਕਰਦਾ।
ਫਿਰ ਦੋ ਐਂਜ਼ਾਈਮਸ ਹੁੰਦੇ ਨੇ ਜਿਹੜੇ ਕਿ ਇਨਐਕਟਿਵ ਫਾਰਮ 'ਚ ਹੁੰਦੇ ਨੇ, ਟ੍ਰਿਪਸਿਨੋਜਨ ਤੇ ਕਾਈਮੋਟ੍ਰਿਪਸਿਨੋਜਨ। ਇਹ ਦੋਨੋਂ ਇਨਐਕਟਿਵ ਹੁੰਦੇ ਨੇ। ਇਹ ਐਕਟਿਵ ਹੋਣਗੇ ਤੇ ਫੇਰ ਕੰਮ ਕਰਨਗੇ। ਹੁਣ ਐਕਟਿਵ ਕਿੱਦਾਂ ਹੋਣਗੇ ਬਈ, ਆਹ ਦੇਖੋ, ਆ ਸਟਮਕ ਤੋਂ ਜਦੋਂ ਡਿਓਡੀਨਮ ਦੇ ਵਿੱਚ ਫੂਡ ਇੱਥੇ ਐਂਟਰ ਕਰਦਾ ਸਮੋਲ ਇੰਟੈਸਟਾਈਨ 'ਚ, ਤਾਂ ਡਿਓਡੀਨਮ ਦੀ ਜਿਹੜੀ ਵਾਲ ਹੁੰਦੀ ਨਾ, ਉਹ ਇੱਕ ਐਂਜ਼ਾਈਮ ਸਿਕਰੀਟ ਕਰਦੀ ਆ ਜਿਹਨੂੰ ਅਸੀਂ ਕਹਿੰਦੇ ਆ ਐਂਟੈਰੋਕਾਈਨੇਜ਼। ਇਹ ਜਿਹੜੇ ਐਂਟੈਰੋਕਾਈਨੇਜ਼ ਹੁੰਦਾ, ਇਹ ਟ੍ਰਿਪਸਿਨੋਜਨ ਨੂੰ ਐਕਟਿਵ ਫਾਰਮ 'ਚ ਕਨਵਰਟ ਕਰ ਦਿੰਦਾ ਜਿਹਨੂੰ ਅਸੀਂ ਕਹਿੰਦੇ ਟ੍ਰਿਪਸਿਨ। ਤੇ ਆ ਜਿਹੜਾ ਟ੍ਰਿਪਸਿਨ ਹੁੰਦਾ, ਇਹ ਗਾਂ ਫਿਰ ਜਿੰਨੇ ਵੀ ਕਾਈਮੋਟ੍ਰਿਪਸਿਨੋਜਨ ਹੁੰਦੇ ਉਹਨਾਂ ਨੂੰ ਕਾਈਮੋਟ੍ਰਿਪਸਿਨ ਦੇ ਵਿੱਚ ਕਨਵਰਟ ਕਰ ਦਿੰਦਾ। ਸੋ ਟ੍ਰਿਪਸਿਨ ਵੀ ਐਕਟਿਵ ਫਾਰਮ 'ਚ ਆ ਗਿਆ ਤੇ ਕਾਈਮੋਟ੍ਰਿਪਸਿਨ ਵੀ ਐਕਟਿਵ ਫਾਰਮ 'ਚ ਆ ਗਿਆ। ਇਹ ਜਿਹੜੇ ਦੋਨੋਂ ਐਂਜ਼ਾਈਮਸ ਨੇ, ਇਹ ਫਿਰ ਅੱਗੋਂ ਪ੍ਰੋਟੀਨਸ ਦੀ ਡਾਈਜੈਸ਼ਨ ਕਰਦੇ ਆ ਤੇ ਪ੍ਰੋਟੀਨਸ ਜਿਹੜੀਆਂ ਹੁੰਦੀਆਂ ਨੇ ਉਹ ਪੈਪਟਾਈਡਸ ਤੇ ਪੈਪਟੋਨਸ ਦੇ ਵਿੱਚ ਅੱਗੋਂ ਟੁੱਟਣੀਆਂ ਸ਼ੁਰੂ ਹੋ ਜਾਂਦੀਆਂ। ਇਹ ਤਾਂ ਹੋ ਗਿਆ ਐਗਜ਼ੋਕਰਾਈਨ ਰੋਲ ਆਫ ਪੈਨਕ੍ਰੀਆਸ। ਹੁਣ ਅਸੀਂ ਗੱਲ ਕਰਦੇ ਹਾਂ ਐਂਡੋਕਰਾਈਨ ਰੋਲ ਆਫ ਪੈਨਕ੍ਰੀਆਸ। ਤੇ ਪੈਨਕ੍ਰੀਆਸ ਦੋ ਤਰ੍ਹਾਂ ਦੇ ਹਾਰਮੋਨਸ ਪ੍ਰੋਡਿਊਸ ਕਰਦਾ। ਇੱਕ ਤਾਂ ਬੜਾ ਫੇਮਸ ਹੈ, ਤੁਸੀਂ ਸੁਣਿਆ ਹੋਣਾ, ਇਨਸੂਲਿਨ। ਤੇ ਦੂਜਾ ਕਿਹੜਾ ਹੁੰਦਾ? ਦੂਜਾ ਹੁੰਦਾ ਗਲੂਕਾਗੋਨ। ਆ ਦੋ ਹਾਰਮੋਨਸ ਜਿਹੜੇ ਨੇ ਇਹ ਪੈਨਕ੍ਰੀਆਸ ਸਿਕਰੀਟ ਕਰਦਾ। ਸੋ ਸਾਡੇ ਜਿਹੜਾ ਬਲੱਡ ਹੈ ਉਹਦੇ ਅੰਦਰ ਜੇ ਗਲੂਕੋਜ਼ ਦਾ ਲੈਵਲ ਵੱਧ ਜਾਵੇ ਤੇ ਇਨਸੂਲਿਨ ਜਿਹੜਾ ਹੈ ਨਾ, ਉਹ ਇਸ ਗਲੂਕੋਜ਼ ਨੂੰ ਗਲਾਈਕੋਜਨ 'ਚ ਕਨਵਰਟ ਕਰਕੇ ਤੇ ਸਾਡੇ ਲਿਵਰ 'ਚ ਸਟੋਰ ਕਰ ਦਿੰਦਾ। ਤੇ ਜਦੋਂ ਲੋੜ ਹੁੰਦੀ ਹੈ ਉਦੋਂ ਇਹ ਜਿਹੜਾ ਗਲਾਈਕੋਜਨ ਹੁੰਦਾ, ਇਹਨੂੰ ਗਲੂਕਾਗੋਨ ਜਿਹੜਾ ਹੈਗਾ ਦੁਬਾਰਾ ਗਲੂਕੋਜ਼ 'ਚ ਕਨਵਰਟ ਕਰਕੇ ਤੇ ਸਾਡੀ ਬਲੱਡ ਜਿਹੜੀ ਸਟਰੀਮ ਹੁੰਦੀ ਆ ਉਹਦੇ ਵਿੱਚ ਪਾ ਦਿੰਦਾ। ਸੋ ਵੱਡੀ ਗੱਲ ਇਹ ਆ ਕਿ ਜਿਹੜਾ ਸਾਡਾ ਬਲੱਡ ਹੁੰਦਾ, ਬਲੱਡ ਦੇ ਅੰਦਰ ਦਾ ਸ਼ੂਗਰ ਲੈਵਲ ਜਿਹੜਾ ਹੁੰਦਾ ਉਹਨੂੰ ਮੇਨਟੇਨ ਕਰਨ ਦੇ ਵਿੱਚ ਇਹ ਜਿਹੜੇ ਹਾਰਮੋਨਸ ਨੇ ਇਹ ਹੈਲਪ ਕਰਦੇ ਆ। ਹੁਣ ਅਸੀਂ ਗੱਲ ਕਰਦੇ ਹਾਂ ਸਮਾਲ ਇੰਟੈਸਟਾਈਨ ਦੇ ਬਾਰੇ। ਸੋ ਆਹ ਦੇਖੋ, ਸਟਮਕ ਤੋਂ ਬਾਅਦ ਇੱਥੋਂ ਹੁਣ ਸਮਾਲ ਇੰਟੈਸਟਾਈਨ ਸ਼ੁਰੂ ਹੋ ਗਈ। ਹੁਣ ਇਹਨੂੰ ਸਮਾਲ ਇੰਟੈਸਟਾਈਨ ਨੂੰ ਸਮਾਲ ਆਪਾਂ ਕਿਉਂ ਕਹਿੰਦੇ ਆ ਕਿ ਇਹਦਾ ਡਾਇਆਮੀਟਰ ਥੋੜਾ ਜਿੰਨਾ ਛੋਟਾ ਹੁੰਦਾ, ਅਦਰਵਾਈਜ਼ ਕੋਈ ਛੋਟੀ ਹੁੰਦੀ ਨਹੀਂ ਹੁੰਦੀ, ਬਹੁਤ ਲੰਬੀ ਹੈ, ਠੀਕ ਹੈ ਨਾ। ਇਹਦੇ ਤਿੰਨ ਹਿੱਸੇ ਹੁੰਦੇ। ਇੱਕ ਹੁੰਦਾ ਡਿਓਡੀਨਮ, ਜਿਹੜਾ ਆ ਸੀ ਸ਼ੇਪ ਜਿਹਾ ਨਹੀਂ ਬਣਿਆ ਹੋਇਆ, ਜਿਹੜਾ ਸਟਮਕ ਤੋਂ ਬਾਅਦ ਆ ਰਿਹਾ, ਇਹਨੂੰ ਅਸੀਂ ਡਿਓਡੀਨਮ ਕਹਿੰਦੇ ਆ। ਉਸ ਤੋਂ ਬਾਅਦ ਫਿਰ ਆ ਜਾਂਦਾ ਜੈਜੂਨਮ ਤੇ ਫਿਰ ਐਂਡ ਤੇ ਆਂਦਾ ਇਲੀਅਮ, ਯਾਨੀ ਕਿ ਡਿਓਡੀਨਮ, ਦੈਨ ਜੈਜੂਨਮ ਤੇ ਫਿਰ ਇਲੀਅਮ। ਆ ਤਿੰਨ ਹਿੱਸੇ ਹੁੰਦੇ ਨੇ ਸਮਾਲ ਇੰਟੈਸਟਾਈਨ ਦੇ। ਤੇ ਸਮਾਲ ਇੰਟੈਸਟਾਈਨ ਦੀ ਜਿਹੜੀ ਲੈਂਥ ਹੁੰਦੀ ਨਾ, ਉਹ ਵੇਰੀ ਕਰਦੀ ਆ। ਕਿੱਦਾਂ ਵੇਰੀ ਕਰਦੀ? ਵੀ ਜਿਹੜੇ ਹਰਬੀਵੋਰਸ ਹੁੰਦੇ ਨੇ, ਯਾਨੀ ਕਿ ਜਿਹੜੇ ਘਾਹ ਖਾਣ ਵਾਲੇ ਐਨੀਮਲਸ ਹੁੰਦੇ ਨੇ, ਉਹਨਾਂ ਦੀ ਸਮਾਲ ਇੰਟੈਸਟਾਈਨ ਹਮੇਸ਼ਾ ਜ਼ਿਆਦਾ ਲੰਬੀ ਹੁੰਦੀ ਹੈ ਐਜ਼ ਕੰਪੇਅਰ ਟੂ ਦਾ ਕਾਰਨੀਵੋਰ। ਯਾਨੀ ਕਿ ਜਿਹੜੇ ਮਾਸ ਖਾਣ ਵਾਲੇ ਐਨੀਮਲ ਨੇ, ਉਹਨਾਂ ਦੀ ਜਿਹੜੀ ਇੰਟੈਸਟਾਈਨ ਹੈ ਉਹਦੀ ਲੈਂਥ ਘੱਟ ਹੋਊਗੀ, ਤੇ ਜਿਹੜੇ ਕਿ ਹਰਬੀਵੋਰਸ ਨੇ ਜਾਂ ਜਿਹੜੇ ਸ਼ਾਕਾਹਾਰੀ ਨੇ, ਉਹਨਾਂ ਦੀ ਸਮਾਲ ਇੰਟੈਸਟਾਈਨ ਦੀ ਲੈਂਥ ਜਿਹੜੀ ਆ ਉਹ ਜ਼ਿਆਦਾ ਲੰਬੀ ਹੁੰਦੀ ਹੈ। ਔਰ ਜਿਹੜੀ ਸਮਾਲ ਇੰਟੈਸਟਾਈਨ ਹੁੰਦੀ ਹੈ, ਇਹਦੇ ਅੰਦਰ ਵਾਲੇ ਪਾਸੇ ਵਿਲਾਈ ਹੁੰਦੇ ਨੇ ਜਿਹੜੇ ਕਿ ਇਹਦਾ ਸਰਫੇਸ ਏਰੀਆ ਬਹੁਤ ਜ਼ਿਆਦਾ ਵਧਾ ਦਿੰਦੇ ਆ। ਉਹਦੇ ਨਾਲ ਕੀ ਹੁੰਦਾ ਕਿ ਜਿਹੜਾ ਡਾਈਜੈਸਟਡ ਫੂਡ ਹੁੰਦਾ ਉਹਨੂੰ ਐਬਜ਼ੌਰਬ ਕਰਨਾ ਈਜ਼ੀ ਹੋ ਜਾਂਦਾ। ਹੁਣ ਇੰਟੈਸਟਾਈਨ ਤੋਂ ਦੇਖਦੇ ਹਾਂ ਵੀ ਡਾਈਜੈਸਟਿਵ ਜੂਸ ਕਿਹੜਾ ਨਿਕਲਦਾ। ਇੰਟੈਸਟਾਈਨ ਤੋਂ ਨਿਕਲਣ ਵਾਲੇ ਡਾਈਜੈਸਟਿਵ ਜੂਸ ਨੂੰ ਅਸੀਂ ਇੰਟੈਸਟਾਈਨਲ ਜੂਸ ਜਾਂ ਸਕਸ ਇੰਟੈਰਿਕਸ ਵੀ ਕਹਿ ਦਿੰਦੇ ਹਾਂ। ਇਹਦੇ ਵਿੱਚ ਕੀ ਹੁੰਦਾ? ਇਹਦੇ ਵਿੱਚ ਇੱਕ ਤਾਂ ਹੁੰਦਾ ਇੰਟੈਸਟਾਈਨਲ ਏਮਾਈਲੇਜ਼, ਜਿਹੜਾ ਕਿ ਸਟਾਰਚ ਜਾਂ ਕਾਰਬੋਹਾਈਡਰੇਟ ਦੀ ਡਾਈਜੈਸ਼ਨ 'ਚ ਹੈਲਪ ਕਰਦਾ। ਫਿਰ ਇੱਕ ਇਹਦੇ ਅੰਦਰ ਹੁੰਦਾ ਇੰਟੈਸਟਾਈਨਲ ਲਾਈਪੇਜ਼, ਜਿਹੜਾ ਕਿ ਡਾਈਜੈਸ਼ਨ ਆਫ ਫੈਟਸ 'ਚ ਹੈਲਪ ਕਰਦਾ। ਤੇ ਫਿਰ ਜਿੱਦਾਂ ਅਸੀਂ ਪਹਿਲਾਂ ਗੱਲ ਕੀਤੀ ਸੀ ਐਂਟੈਰੋਕਾਈਨੇਜ਼, ਇਹ ਕੀ ਕਰਦਾ? ਪੈਨਕ੍ਰੀਆਸ ਤੋਂ ਆਉਣ ਵਾਲੇ ਟ੍ਰਿਪਸਿਨੋਜਨ ਨੂੰ ਟ੍ਰਿਪਸਿਨ ਦੇ ਵਿੱਚ ਕਨਵਰਟ ਕਰਕੇ ਇਹਨੂੰ ਐਕਟੀਵੇਟ ਕਰ ਦਿੰਦਾ, ਸੋ ਦੈਟ ਕਿ ਅੱਗੋਂ ਇੱਕ ਕਾਈਮੋਟ੍ਰਿਪਸਿਨੋਜਨ ਨੂੰ ਵੀ ਐਕਟੀਵੇਟ ਕਰੇ ਤੇ ਪ੍ਰੋਟੀਨ ਦੀ ਡਾਈਜੈਸ਼ਨ ਵੀ ਕਰੇ। ਆਹ ਜਿਹੜਾ ਹਿੱਸਾ ਹੈਗਾ, ਉੱਥੇ ਕੀ ਹੋ ਰਿਹਾ ਵੀ ਆ ਜਿਹੜੀ ਸਮਾਲ ਇੰਟੈਸਟਾਈਨ ਆ ਉਹ ਲਾਰਜ ਇੰਟੈਸਟਾਈਨ ਦੇ ਨਾਲ ਮਿਲਦੀ ਪਈ ਆ। ਤੇ ਆਹ ਥੱਲੇ ਤੁਹਾਨੂੰ ਇੱਕ ਆਰਗਨ ਹੋਰ ਵੀ ਨਜ਼ਰ ਆ ਰਿਹਾ ਛੋਟਾ ਜਿੰਨਾ, ਇਹ ਕੀ ਆ? ਅਪੈਂਡਿਕਸ। ਇਹ ਜਿਹੜਾ ਅਪੈਂਡਿਕਸ ਹੁੰਦਾ ਇਹ ਵੈਸਟੀਜੀਅਲ ਆਰਗਨ ਹੁੰਦਾ, ਯਾਨੀ ਕਿ ਇਹ ਨਾਨ ਫੰਕਸ਼ਨਲ ਆਰਗਨ ਆ। ਸਾਡੇ ਅੰਦਰ ਇਹ ਕੋਈ ਕੰਮ ਨਹੀਂ ਕਰਦਾ, ਇਹ ਇਦਾਂ ਹੀ ਪਿਆ ਹੋਇਆ। ਇਹ ਸਿਰਫ ਸਾਡੀ ਜਿਹੜੀ ਆ ਐਵੋਲੂਸ਼ਨਰੀ ਰਿਲੇਸ਼ਨਸ਼ਿਪ ਹੈ ਨਾ, ਉਹਨੂੰ ਥੋੜਾ ਜਿੰਨਾ ਐਕਸਪਲੇਨ ਕਰਦਾ। ਅੱਛਾ, ਹੁਣ ਲਾਰਜ ਇੰਟੈਸਟਾਈਨ ਜਿਹੜੀ ਹੈ ਉਹਦੇ ਕਿਹੜੇ ਕਿਹੜੇ ਪਾਰਟਸ ਨੇ? ਇਹਦੇ ਤਿੰਨ ਪਾਰਟਸ ਹੁੰਦੇ ਆ। ਦੇਖੋ, ਜਦੋਂ ਆ ਇੰਟੈਸਟਾਈਨ ਉੱਪਰ ਵੱਲ ਨੂੰ ਆ ਜਾ ਰਹੀ ਆ ਤੇ ਇਹ ਹੁੰਦੀ ਆ ਅਸੈਂਡਿੰਗ ਲਿੰਬ ਆਫ ਕੋਲੋਨ। ਫਿਰ ਆ ਸਿੱਧੀ ਜੀ ਜਾ ਰਹੀ ਆ, ਇਹਨੂੰ ਆਪਾਂ ਕਹਿੰਦੇ ਟਰਾਂਸਵਰਸ ਲਿੰਬ ਆਫ ਕੋਲੋਨ। ਫਿਰ ਇਹ ਥੱਲੇ ਵੱਲ ਨੂੰ ਆਉਂਦੀ ਆ, ਇਹਨੂੰ ਅਸੀਂ ਕਹਿੰਦੇ ਆ ਡਿਸੈਂਡਿੰਗ ਲਿੰਬ ਆਫ ਕੋਲੋਨ। ਸੋ ਆ ਪਾਰਟਸ ਹੋ ਗਏ ਲਾਰਜ ਇੰਟੈਸਟਾਈਨ ਦੇ। ਲਾਰਜ ਇੰਟੈਸਟਾਈਨ ਦਾ ਮੇਨ ਕੰਮ ਹੁੰਦਾ ਐਬਜ਼ੌਰਪਸ਼ਨ ਆਫ ਵਾਟਰ। ਜਿੱਦਾਂ ਕਿ ਸਮਾਲ ਇੰਟੈਸਟਾਈਨ ਆ, ਉਹਦਾ ਮੇਨ ਕੰਮ ਕੀ ਆ? ਡਾਈਜੈਸ਼ਨ ਐਂਡ ਐਬਜ਼ੌਰਪਸ਼ਨ ਆਫ ਫੂਡ, ਜਦੋਂ ਕਿ ਲਾਰਜ ਇੰਟੈਸਟਾਈਨ ਦਾ ਕੰਮ ਹੁੰਦਾ ਐਬਜ਼ੌਰਪਸ਼ਨ ਆਫ ਵਾਟਰ।
ਹੁਣ ਸਮਾਲ ਇੰਟੈਸਟਾਈਨ ਚ ਫੂਡ ਡਾਈਜੈਸਟ ਹੋ ਗਿਆ, ਫੂਡ ਐਬਜ਼ੌਰਬ ਹੋ ਗਿਆ, ਲਾਰਜ ਇੰਟੈਸਟਾਈਨ ਚ ਉਹਦੇ ਵਿੱਚੋਂ ਪਾਣੀ ਜਿਹੜਾ ਰਹਿ ਗਿਆ ਉਹ ਵੀ ਐਬਜ਼ੌਰਬ ਹੋ ਗਿਆ, ਤਾਂ ਹੁਣ ਪਿੱਛੇ ਕੀ ਬਚ ਗਿਆ? ਪਿੱਛੇ ਅਨਡਾਈਜੈਸਟਡ ਵੇਸਟ ਹੀ ਬਚ ਗਿਆ ਨਾ। ਉਹ ਜਿਹੜਾ ਅਨਡਾਈਜੈਸਟਡ ਵੇਸਟ ਆ ਉਹ ਇੱਥੇ ਕਰਕੇ ਸਟੋਰ ਕੀਤਾ ਜਾਂਦਾ। ਸੋ ਆਪਾਂ ਕਹਿ ਸਕਦੇ ਵੀ ਇੱਕ ਲਾਸਟ ਪਾਰਟ ਆਫ ਐਲੀਮੈਂਟਰੀ ਕਨਾਲ ਹੀ ਆ ਇਹ। ਕਈ ਵਾਰੀ ਇਹ ਐਸ ਸ਼ੇਪਡ ਜਿਹਾ ਵੀ ਸਾਨੂੰ ਦਿਖਾਈ ਦੇ ਸਕਦਾ, ਠੀਕ ਹੈ ਨਾ। ਸੋ ਆ ਜਿਹੜਾ ਪਾਰਟ ਹੁੰਦਾ ਇਹਨੂੰ ਅਸੀਂ ਰੈਕਟਮ ਕਹਿੰਦੇ ਆ। ਸੋ ਇੱਥੇ ਕੀ ਹੁੰਦਾ, ਫੂਡ ਵੇਸਟ ਜਿਹੜੀ ਆ ਉਹ ਟੈਂਪਰੇਰੀਲੀ ਸਟੋਰ ਹੁੰਦੀ ਆ। ਕਦੋਂ ਤੱਕ? ਜਦੋਂ ਤੱਕ ਕਿ ਉਹਦੀ ਇਜੈਸ਼ਨ ਨਾ ਹੋਵੇ। ਹੁਣ ਇਜੈਸ਼ਨ ਕਿੱਦਾਂ ਹੋਣੀ? ਆ ਜਿਹੜੀ ਓਪਨਿੰਗ ਹੁੰਦੀ ਆ ਜਿੱਤੋਂ ਹੁਣ ਅਨਡਾਈਜੈਸਟਡ ਵੇਸਟ ਜਾਂ ਫੀਸਿਸ ਨੇ ਬਾਹਰ ਨਿਕਲਣਾ, ਉਹਨੂੰ ਅਸੀਂ ਕਹਿੰਦੇ ਏਨਸ। ਤੇ ਏਨਸ ਦੇ ਇੱਥੇ ਏਨਲ ਸਫਿੰਕਟਰਸ ਹੁੰਦੇ ਆ, ਉਹ ਏਨਲ ਸਫਿੰਕਟਰਸ ਖੁੱਲਦੇ ਆ ਤੇ ਰੈਕਟਮ ਦੇ ਵਿੱਚ ਜਿਹੜੇ ਫੀਸਿਸ ਸਟੋਰ ਕੀਤੇ ਹੁੰਦੇ ਆ ਉਹ ਸਾਰੇ ਬਾਹਰ ਨਿਕਲ ਜਾਂਦੇ ਆ। ਇਦਾਂ ਹੀ ਅਨਡਾਈਜੈਸਟਡ ਵੇਸਟ ਜਿਹੜੀ ਆ ਉਹ ਸਾਡੀ ਬਾਡੀ ਚੋਂ ਰਿਮੂਵ ਹੋ ਜਾਂਦੀ। ਸੋ ਇਹ ਤਾਂ ਹੋ ਗਏ ਸਾਰੇ ਪਾਰਟਸ ਆਫ ਆਰ ਐਲੀਮੈਂਟਰੀ ਕੈਨਾਲ। ਹੁਣ ਆਪਾਂ ਗੱਲ ਕਰਦੇ ਹਾਂ ਡਾਈਜੈਸ਼ਨ ਦੀ। ਡਾਈਜੈਸ਼ਨ ਦਾ ਕੀ ਮਤਲਬ ਹੁੰਦਾ? ਡਾਈਜੈਸ਼ਨ ਮੀਨਸ ਕਿ ਲਾਰਜ ਤੇ ਕੰਪਲੈਕਸ ਫੂਡ ਮੋਲੀਕਿਊਲਸ ਜਿਹੜੇ ਨੇ ਉਹਨਾਂ ਨੂੰ ਛੋਟੇ ਸਿੰਪਲ ਮੋਲੀਕਿਊਲਸ 'ਚ ਤੋੜ ਦਿੱਤਾ ਜਾਵੇ ਤਾਂ ਕਿ ਉਹਨਾਂ ਨੂੰ ਬਲੱਡ ਸਟਰੀਮ 'ਚ ਈਜ਼ੀਲੀ ਐਬਜ਼ੌਰਬ ਕੀਤਾ ਜਾ ਸਕੇ। ਤੇ ਜਦੋਂ ਵੀ ਕਾਰਬੋਹਾਈਡਰੇਟਸ ਦੀ ਡਾਈਜੈਸ਼ਨ ਹੋਣੀ ਆ, ਇਹ ਜਿਹੜੇ ਕਾਰਬੋਹਾਈਡਰੇਟਸ ਨੇ ਜਿਨ੍ਹਾਂ ਨੂੰ ਅਸੀਂ ਪੋਲੀਸੈਕਰਾਈਡਸ ਵੀ ਕਹਿੰਦੇ ਆ, ਇਹ ਸ਼ੂਗਰ ਮੋਨੋਮਰਸ ਦੇ ਵਿੱਚ ਟੁੱਟ ਜਾਂਦੇ ਨੇ। ਇਸੇ ਤਰ੍ਹਾਂ ਜਿਹੜੇ ਪ੍ਰੋਟੀਨਸ ਹੁੰਦੇ ਨੇ ਇਹ ਆਪਣੇ ਰਿਸਪੈਕਟਿਵ ਅਮਾਈਨੋ ਐਸਿਡਸ ਦੇ ਵਿੱਚ ਟੁੱਟਦੇ ਨੇ, ਤੇ ਜਿਹੜੇ ਫੈਟਸ ਹੁੰਦੇ ਨੇ ਉਹ ਫੈਟੀ ਐਸਿਡਸ ਤੇ ਗਲਿਸਰੋਲ ਮੋਲੀਕਿਊਲਸ ਦੇ ਵਿੱਚ ਟੁੱਟ ਜਾਂਦੇ ਨੇ। ਇਹਨੂੰ ਅਸੀਂ ਕਹਿੰਦੇ ਆ ਡਾਈਜੈਸ਼ਨ। ਨੈਕਸਟ ਸਟੈਪ ਇਜ਼ ਐਬਜ਼ੌਰਪਸ਼ਨ। ਜਿਹੜਾ ਫੂਡ ਹੁਣ ਡਾਈਜੈਸਟ ਹੋ ਗਿਆ ਉਹਨੇ ਐਬਜ਼ੌਰਬ ਵੀ ਤੇ ਹੋਣਾ ਨਾ ਬਲੱਡ ਸਟਰੀਮ 'ਚ। ਹੁਣ ਐਬਜ਼ੌਰਪਸ਼ਨ ਹੁੰਦੀ ਕਿੱਥੇ ਆ? ਸਮਾਲ ਇੰਟੈਸਟਾਈਨ 'ਚ ਹੁੰਦੀ ਹੈ। ਤੇ ਸਮਾਲ ਇੰਟੈਸਟਾਈਨ ਦਾ ਲਾਰਜ ਸਰਫੇਸ ਏਰੀਆ ਜਿਹੜਾ ਹੁੰਦਾ ਉਹ ਹੈਲਪ ਕਰਦਾ। ਕਿੱਦਾਂ? ਆਹ ਦੇਖੋ, ਆਹ ਡਾਇਗਰਾਮ ਜਿਹੜੀ ਆ ਸਮਾਲ ਇੰਟੈਸਟਾਈਨ ਦਾ ਸਾਨੂੰ TS ਸ਼ੋ ਕਰ ਰਹੀ ਆ। ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਆਹ ਦੇਖੋ ਫਿੰਗਰ ਲਾਈਕ ਕਿੰਨੀਆਂ ਸਾਰੀਆਂ ਫੋਲਡਿੰਗਸ ਸਾਨੂੰ ਇੱਥੇ ਦਿਖਾਈ ਦੇ ਰਹੀਆਂ, ਦਿਖਦੀਆਂ ਪਈਆਂ ਨਾ, ਦੇਖੋ ਕਿੰਨੀਆਂ ਮਿਲੀਅਨਸ ਆਫ ਇਦਾਂ ਦੀਆਂ ਫੋਲਡਿੰਗਸ ਜਿਹੜੀਆਂ ਨੇ ਨਾ ਹੁੰਦੀਆਂ, ਇਹਨਾਂ ਨੂੰ ਅਸੀਂ ਕਹਿੰਦੇ ਆ ਵਿਲਾਈ। ਇਹ ਜਿਹੜੇ ਵਿਲਾਈ ਹੁੰਦੇ ਨੇ ਇਹ ਕੀ ਕਰਦੇ ਨੇ ਵੀ ਅੰਦਰ ਦਾ ਸਰਫੇਸ ਏਰੀਆ ਇਨਕਰੀਜ਼ ਕਰ ਦਿੰਦੇ ਆ। ਸੋ ਜ਼ਿਆਦਾ ਸਰਫੇਸ ਏਰੀਆ ਹੋਣ ਕਰਕੇ ਜਿਹੜੀ ਐਬਜ਼ੌਰਪਸ਼ਨ ਹੁੰਦੀ ਆ ਉਹਦੀ ਰੇਟ ਜਿਹੜੀ ਆ ਵੱਧ ਜਾਂਦੀ ਆ। ਇਸ ਤੋਂ ਇਲਾਵਾ ਜੇ ਆਪਾਂ ਆ ਜਿਹੜਾ ਵਿਲਾਈ ਆ ਇਹਨੂੰ ਧਿਆਨ ਨਾਲ ਵੇਖੀਏ, ਡਿਟੇਲ 'ਚ ਦੇਖੀਏ, ਤੇ ਆਪਾਂ ਦੇਖਾਂਗੇ ਵੀ ਇਹ ਜਿਹੜੇ ਵਿਲਾਈ ਨੇ ਇਹਨਾਂ ਦੇ ਵਿੱਚ ਕਾਫੀ ਬਲੱਡ ਸਪਲਾਈ ਹੁੰਦੀ ਹੈ। ਆਰਟਰੀਜ਼ ਤੇ ਵੇਨਸ ਦਿਖਾਈ ਦਿੰਦੀਆਂ ਪਈਆਂ ਨਾ, ਰੈੱਡ ਤੇ ਬਲੂ ਕਲਰ ਦੀਆਂ। ਇਹ ਆਰਟਰੀਜ਼ ਤੇ ਵੇਨਸ ਕੀ ਨੇ? ਇਹਨਾਂ ਦੇ ਅੰਦਰ ਬਲੱਡ ਆ। ਸੋ ਇਹ ਵੈਸਕੂਲਰ ਬਲੱਡ ਸਪਲਾਈ ਆ ਰਹੀ ਹੈ ਇੱਥੇ। ਸੋ ਕੀ ਹੋ ਜਾਊਗਾ ਵੀ ਜਿੰਨੀ ਇੱਥੇ ਬਲੱਡ ਦੀ ਸਪਲਾਈ ਆਊਗੀ ਓਨਾ ਜਿਹੜਾ ਹੈਗਾ ਫੂਡ ਉਹ ਛੇਤੀ ਛੇਤੀ ਬਲੱਡ ਸਟਰੀਮ ਦੇ ਵਿੱਚ ਐਬਜ਼ੌਰਬ ਹੁੰਦਾ ਜਾਊਗਾ। ਸੋ ਇਦਾਂ ਫੂਡ ਦੀ ਜਿਹੜੀ ਐਬਜ਼ੌਰਪਸ਼ਨ ਹੁੰਦੀ ਆ ਉਹ ਵਿਲਾਈ ਦੀ ਹੈਲਪ ਦੇ ਨਾਲ ਸਮਾਲ ਇੰਟੈਸਟਾਈਨ ਦੇ ਵਿੱਚ ਹੁੰਦੀ ਆ, ਤੇ ਜਿਹੜਾ ਫੂਡ ਹੁੰਦਾ ਉਹ ਐਬਜ਼ੌਰਬ ਹੋ ਕੇ ਕਿੱਥੇ ਚਲਾ ਜਾਂਦਾ? ਬਲੱਡ ਸਟਰੀਮ 'ਚ ਚਲਾ ਜਾਂਦਾ। ਇਹ ਜਿਹੜੀ ਬਲੱਡ ਸਟਰੀਮ ਹੁੰਦੀ ਆ ਇਸ ਫੂਡ ਨੂੰ ਫਿਰ ਗਾਂ ਸਾਡੀ ਬਾਡੀ 'ਚ ਜਿੱਦਾਂ ਲਿਵਰ ਵਗੈਰਾ ਵੱਲ ਲੈ ਜਾਊਗੀ। ਅਗਲਾ ਸਟੈਪ ਹੈ ਅਸਿਮੀਲੇਸ਼ਨ। ਹੁਣ ਇਹ ਜਿਹੜਾ ਬਲੱਡ ਸਟਰੀਮ ਦੇ ਅੰਦਰ ਡਾਈਜੈਸਟਡ ਫੂਡ ਪਹੁੰਚ ਗਿਆ, ਇਹ ਸਾਨੂੰ એનર્ਜੀ ਦੇਣ ਦਾ ਵੀ ਕੰਮ ਕਰੂਗਾ। ਇਸ ਤੋਂ ਇਲਾਵਾ ਸਾਡੀ ਬਾਡੀ ਦੀ ਰਿਪੇਅਰ, ਗਰੋਥ, ਮੇਨਟੇਨੈਂਸ ਐਟਸੈਟਰਾ ਇਹਦਾ ਵੀ ਕੰਮ ਕਰੂਗਾ। ਗੱਲ ਕੀ ਵੀ ਹੁਣ ਇਹ ਯੂਜ਼ ਹੋਊਗਾ ਸਾਡੀ ਬਾਡੀ 'ਚ, ਇਹਦਾ ਯੂਜ਼ ਹੋਣਾ, ਇਹਨੂੰ ਆਪਾਂ ਅਸਿਮੀਲੇਸ਼ਨ ਕਹਿੰਦੇ ਆ। ਨੈਕਸਟ ਸਟੈਪ ਇਜ਼ ਇਜੈਸ਼ਨ। ਇਹਦਾ ਕੀ ਮਤਲਬ ਹੈ? ਰਿਮੂਵਲ ਆਫ ਅਨਡਾਈਜੈਸਟਡ ਵੇਸਟ ਔਰ ਫੀਸਿਸ, ਯਾਨੀ ਕਿ ਜਿਹੜੀ ਵੀ ਰਹਿੰਦ ਖੂੰਹਦ ਹੁਣ ਬਚ ਗਈ ਡਾਈਜੈਸਟਿਵ ਸਿਸਟਮ ਦੇ ਵਿੱਚ ਉਹਨੂੰ ਬਾਡੀ ਤੋਂ ਬਾਹਰ ਕੱਢਣਾ, ਉਹਨੂੰ ਅਸੀਂ ਇਜੈਸ਼ਨ ਕਹਿੰਦੇ ਆ। ਏਨਸ ਦੇ ਥਰੂ ਫੀਸਿਸ ਜਿਹੜੇ ਨੇ ਉਹ ਡਾਈਜੈਸਟਿਵ ਸਿਸਟਮ ਤੋਂ ਜਾਂ ਐਲੀਮੈਂਟਰੀ ਕਨਾਲ ਤੋਂ ਬਾਹਰ ਕੱਢ ਦਿੱਤੇ ਜਾਂਦੇ ਨੇ। ਸੋ ਇਹ ਤੇ ਹੋ ਗਿਆ ਅਬਾਊਟ ਦ ਸਟੈਪਸ ਆਫ ਨਿਊਟ੍ਰੀਸ਼ਨ। ਹੁਣ ਆਪਾਂ ਇੱਕ ਛੋਟੀ ਜਿਹੀ ਐਕਟੀਵਿਟੀ ਜਿਹੜੀ ਆ ਉਹ ਵੀ ਕਰਕੇ ਵੇਖ ਲੈਂਦੇ ਆ, ਜਿਹੜੀ ਕਿ ਇਸੇ ਟੌਪਿਕ ਦੇ ਨਾਲ ਰਿਲੇਟਡ ਆ। ਐਕਟੀਵਿਟੀ ਕੀ ਕਹਿੰਦੀ ਆ ਵੀ ਆਪਾਂ 2 ਟੈਸਟ ਟਿਊਬਸ ਲੈ ਲਈਏ A ਤੇ B, ਠੀਕ ਆ ਜੀ। ਇਹ 2 ਆਪਾਂ ਟੈਸਟ ਟਿਊਬਸ ਲੈ ਲਈਆਂ, ਦੋਵਾਂ ਦੇ ਵਿੱਚ ਆਪਾਂ 1-1 ml ਸਟਾਰਚ ਸੋਲਿਊਸ਼ਨ ਪਾਤਾ 1%। ਸੋ ਦੋਵਾਂ 'ਚ ਸਟਾਰਚ ਸੋਲਿਊਸ਼ਨ ਪਾਤਾ। ਆ ਇੱਥੇ ਤੁਹਾਨੂੰ ਜਿਹੜਾ ਨੀਲਾ ਰੰਗ ਦਿਖਾਈ ਦੇ ਰਿਹਾ ਨਾ, ਰੰਗ ਤੇ ਨਾ ਜਾਈਓ, ਇਹ ਵੈਸੇ ਜਿਹੜਾ ਸੋਹਣੀਆਂ ਲੱਗਣ ਲਈ ਇਦਾਂ ਦੀਆਂ ਟੈਸਟ ਟਿਊਬਸ ਜਿਹੜੀਆਂ ਨੇ ਯੂਜ਼ ਕੀਤੀਆਂ, ਠੀਕ ਹੈ ਜੀ। ਚਲੋ 2 ਟੈਸਟ ਟਿਊਬਸ ਲਈਆਂ ਤੇ ਦੋਵਾਂ 'ਚ ਕੀ ਕੀਤਾ? 1-1 ml ਸਟਾਰਚ ਸੋਲਿਊਸ਼ਨ ਪਾਤਾ। ਹੁਣ ਆਪਾਂ ਕੀ ਕਰਨਾ ਵੀ ਇੱਕ ਟੈਸਟ ਟਿਊਬ ਜਿਹੜੀ ਹੈ ਨਾ ਉਹਦੇ ਵਿੱਚ ਤੇ ਸਟਾਰਚ ਸੋਲਿਊਸ਼ਨ ਹੀ ਰਹਿਣ ਦੇਣਾ, ਲੇਕਿਨ ਦੂਜੀ ਟੈਸਟ ਟਿਊਬ ਜਿਹੜੀ ਆ ਉਹਦੇ ਵਿੱਚ ਹੁਣ ਆਪਾਂ 1 ml ਆਪਣਾ ਸਲਾਈਵਾ ਵੀ ਪਾ ਦੇਣਾ, ਯਾਨੀ ਕਿ ਥੁੱਕ ਪਾ ਦੇਣਾ, ਤੇ 20 ਤੋਂ 30 ਮਿੰਟ ਤੱਕ ਇਹਨੂੰ ਇਦਾਂ ਹੀ ਛੱਡ ਦੇਣਾ, ਠੀਕ ਹੈ। ਫਿਰ ਉਸ ਤੋਂ ਬਾਅਦ ਆਪਾਂ ਇਹਨੂੰ ਆਇਓਡੀਨ ਸੋਲਿਊਸ਼ਨ ਦੇ ਨਾਲ ਚੈੱਕ ਕਰਾਂਗੇ। ਹੁਣ ਹੁੰਦਾ ਕੀ ਆ, ਦੇਖੋ ਆਹ ਜਿਹੜੀ ਟੈਸਟ ਟਿਊਬ ਆ ਜਿਹਦੇ ਵਿੱਚ ਆਪਾਂ ਸਟਾਰਚ ਪਾਈ ਆ, ਇੱਥੇ ਤੇ ਸਟਾਰਚ ਜਿਹੜੀ ਆ ਜਿੱਦਾਂ ਤੁਸੀਂ ਪਾਈ ਆ ਉਹ ਇਦਾਂ ਹੀ ਪਈ ਰਹੂਗੀ।
ਲੇਕਿਨ ਦੂਜੀ ਜਿਹੜੀ ਟੈਸਟ ਟਿਊਬ ਆ ਉਹਦੇ ਵਿੱਚ ਸਟਾਰਚ ਦੇ ਨਾਲ ਨਾਲ ਅਸੀਂ ਕੀ ਪਾਤਾ, ਸਲਾਈਵਾ ਪਾਤਾ। ਤੇ ਇਹ ਜਿਹੜਾ ਸਲਾਈਵਾ ਹੁੰਦਾ ਇਹਦੇ ਅੰਦਰ ਐਂਜ਼ਾਈਮ ਹੁੰਦਾ। ਕਿਹੜਾ ਐਂਜ਼ਾਈਮ ਹੁੰਦਾ? ਸਲਾਈਵਰੀ ਏਮਾਈਲੇਜ਼ ਐਂਜ਼ਾਈਮ, ਜਿਹਨੂੰ ਕਿ ਅਸੀਂ ਟਾਇਲਿਨ ਵੀ ਕਹਿ ਦਿੰਦੇ ਆ। ਸੋ ਇਹ ਕੀ ਕਰੂਗਾ? ਸਟਾਰਚ ਨੂੰ ਤੋੜ ਦੂਗਾ। ਠੀਕ ਹੈ, ਯਾਨੀ ਕਿ ਇੱਥੇ ਸਟਾਰਚ ਜਿਹੜੀ ਆ ਉਹ ਡਾਈਜੈਸਟ ਹੋਣੀ ਸ਼ੁਰੂ ਹੋ ਜੂਗੀ। ਫਿਰ ਅਸੀਂ ਕੀ ਕਰਨਾ? ਫਿਰ ਅਸੀਂ ਇਹਨਾਂ ਦੋਵਾਂ ਟੈਸਟ ਟਿਊਬ ਦੇ ਵਿੱਚ ਕੁਝ ਡ੍ਰੌਪਸ ਡਾਇਲਿਊਟ ਆਇਓਡੀਨ ਸੋਲੂਸ਼ਨਸ ਦੀਆਂ ਪਾਵਾਂਗੇ ਤੇ ਫਿਰ ਅਸੀਂ ਦੇਖਾਂਗੇ ਹੁਣ ਕੀ ਹੋਊਗਾ ਕਿ ਜਿਹੜਾ ਸਟਾਰਚ ਹੁੰਦਾ ਉਹਦੇ ਵਿੱਚ ਜਦੋਂ ਅਸੀਂ ਆਇਓਡੀਨ ਸੋਲੂਸ਼ਨ ਐਡ ਕਰਦੇ ਹਾਂ, ਠੀਕ ਹੈ, ਤੇ ਜਦੋਂ ਵੀ ਸਟਾਰਚ ਵਿੱਚ ਆਇਓਡੀਨ ਸੋਲੂਸ਼ਨ ਪਾਵਾਂਗੇ, ਜੇ ਸਟਾਰਚ ਪ੍ਰੈਜ਼ੈਂਟ ਆ ਤੇ ਕਲਰ ਕਿਹੜਾ ਆ ਜਾਊਗਾ? ਕਲਰ ਆ ਜਾਊਗਾ ਬਲੂਇਸ਼ ਬਲੈਕ। ਠੀਕ ਹੈ, ਇਹ ਦੱਸਦਾ ਵਾ ਕਿ ਸਟਾਰਚ ਪ੍ਰੈਜ਼ੈਂਟ ਆ। ਸੋ ਆ ਪਹਿਲੀ ਜਿਹੜੀ ਟੈਸਟ ਟਿਊਬ ਆ ਇਹਦੇ ਵਿੱਚ ਤੇ ਹੈ ਹੀ ਸਟਾਰਚ, ਸਲਾਈਵਾ ਤੇ ਹੈਗਾ ਹੀ ਨਹੀਂ ਸੀ। ਸੋ ਜਦੋਂ ਵੀ ਇਹਦੇ 'ਚ ਆਇਓਡੀਨ ਪਾਵਾਂਗੇ ਇਹਦਾ ਬਲੂਇਸ਼ ਬਲੈਕ ਕਲਰ ਦੱਸੂਗਾ ਵੀ ਸਟਾਰਚ ਇਦਾਂ ਹੀ ਪਈ ਹੋਈ ਆ। ਹੁਣ ਦੂਜੀ ਟੈਸਟ ਟਿਊਬ 'ਚ ਜਦੋਂ ਆਇਓਡੀਨ ਪਾਵਾਂਗੇ ਤੇ ਕੀ ਹੋਊਗਾ? ਬਲੂਇਸ਼ ਬਲੈਕ ਕਲਰ ਨਹੀਂ ਆਊਗਾ, ਬਲਕਿ ਇਹ ਆਇਓਡੀਨ ਦਾ ਹੀ ਕਲਰ ਆਊਗਾ। ਠੀਕ ਹੈ, ਆਇਓਡੀਨ ਦਾ ਕਲਰ ਕਿਹੜਾ ਹੁੰਦਾ? ਯੈਲੋਇਸ਼ ਬਰਾਊਨ ਹੁੰਦਾ। ਠੀਕ ਹੈ, ਸੋ ਕਿਉਂ ਇਦਾਂ ਆਇਓਡੀਨ ਨੇ ਬਲੂ ਕਲਰ ਕਿਉਂ ਨਹੀਂ ਦਿੱਤਾ? ਕਿਉਂਕਿ ਇਹਦੇ ਅੰਦਰ ਜਿਹੜੀ ਸਟਾਰਚ ਸੀ ਉਹਨੂੰ ਸਲਾਈਵਰੀ ਏਮਾਈਲੇਜ਼ ਨੇ ਡਾਈਜੈਸਟ ਕਰਤਾ, ਹੁਣ ਸਟਾਰਚ ਹੈ ਹੀ ਨਹੀਂ। ਇਸ ਕਰਕੇ ਯੈਲੋਇਸ਼ ਬਰਾਊਨ ਕਲਰ ਆਫ ਆਇਓਡੀਨ ਸਾਨੂੰ ਇੱਥੇ ਦਿਖਾਈ ਦਊਗਾ। ਇਸ ਐਕਟੀਵਿਟੀ ਤੋਂ ਅਸੀਂ ਇਹ ਪ੍ਰੂਵ ਕਰ ਸਕਦੇ ਹਾਂ ਕਿ ਸਲਾਈਵਾ ਦੇ ਅੰਦਰ ਜਿਹੜਾ ਸਲਾਈਵਰੀ ਏਮਾਈਲੇਜ਼ ਐਂਜ਼ਾਈਮ ਹੁੰਦਾ ਉਹ ਕੀ ਕਰਦਾ? ਸਟਾਰਚ ਦੀ ਡਾਈਜੈਸ਼ਨ 'ਚ ਹੈਲਪ ਕਰਦਾ। ਔਰ ਕੀ ਕਰਦਾ? ਸਾਡੇ ਮਾਊਥ ਦੇ ਵਿੱਚ ਹੀ ਸਲਾਈਵਾ ਕੰਮ ਕਰਨਾ ਸ਼ੁਰੂ ਕਰ ਦਿੰਦਾ ਔਰ ਸਾਡੀ ਬੱਕਲ ਕੈਵਿਟੀ ਦੇ ਵਿੱਚ ਹੀ ਸਲਾਈਵਾ ਤੋਂ ਆਉਣ ਵਾਲਾ ਸਲਾਈਵਰੀ ਏਮਾਈਲੇਜ਼ ਸਟਾਰਚ ਦੀ ਡਾਈਜੈਸ਼ਨ ਸਟਾਰਟ ਕਰ ਦਿੰਦਾ ਤੇ ਸਟਾਰਚ ਨੂੰ ਡਾਈਸੈਕਰਾਈਡ ਮਾਲਟੋਜ਼ ਦੇ ਵਿੱਚ ਤੋੜਨਾ ਸ਼ੁਰੂ ਕਰ ਦਿੰਦਾ। ਸੋ ਇਸ ਵੀਡੀਓ 'ਚ ਇੰਨਾ ਹੀ। ਮਿਲਾਂਗੇ ਅਗਲੀ ਵੀਡੀਓ 'ਚ ਅਗਲੇ ਟੌਪਿਕ ਦੇ ਨਾਲ। ਥੈਂਕ ਯੂ ਸੋ ਮਚ ਫॉर ਵਾਚਿੰਗ।